दोहरा सुन सिंगन ते सतगुरु सब दिश दृष्ट चलाए करे बिलोकन बृंदई चौंदिश में तिस थाए। वाहिगुरु जी का खालसा वाहिगुरु जी की फतेह। धन धन गुरुदेव जिस संग हर जपे गुर कृपाल जपे ताप गुण सब छपे। ऐसे करण कारण दीन दयाल भगत वत्सल अनाथ नाथ जगत गुरु श्री गुरु ग्रंथ साहिब जी महाराज जी दे पावन पवित्र चरण कमलों च पिछले पैरां दे सजे हुए दीवानां च एकत्र होए गुरु स्वरूप गुरु खालसा साध संगत जीओ धनता दे पात्र हो। लता प्रति गुरु चरना च जुड़ के साहिबे कमाल पंथ दे वाली सरबंस दानी श्री गुरु गोबिंद सिंह साहिब जी महाराज जी दे पावन पवित्र इतिहास की चल रही लड़ीवार कथा आप जी बहुत ही अदब सत्कार ते शरदा सहित सरवण कर रहे। कथा निता प्रत होत है सुनहो सिंह सुजान नानक गुरु गोबिंद सिंह जी सदा करे कल्याण। सतगुरु जी की अमृत कथा कल्याणकारी कथा है। श्री आनंदपुर साहिब जी का जंग चल रहा है। दुनी चंद सतगुरां तो बेमुख होके भज्या। जदों श्री अमृतसर साहब अपने साथियों समेत पहुंचया मन च सोचदा कि जिन्हां लोकां नूं मिलिया तां मैनूं तरकारां पैणीआं। घर दे पिछले कोठे विच जाके दरवाजा बंद कर लिया। परिवार नूं कह दिता मैं किसी नाल कोई गलबात नहीं करनी ना किसी नूं मिलना। रात नूं सप ने डंगिया ते मौत हो गई दुनी चंद दी। शहर दे सिखां ने दुनी चंद नूं बड़ियां तरकारां पाईयां लानतां पाईयां कि गुरु घर दे इहो जे महान सेवक भाई सालो दे घर दे विच इहदा जन्म होया इहने अपने वड्डियां दी लाज नहीं रखी। दुनी चंद दे दो पोतरे सन सरूप सिंह अनूप सिंह अपने दादे दी कीती इस भैड़ी करतूत दे कलंक नूं धोण लई माझे दे कुछ सिंघां नूं नाल लै के इह श्री आनंदपुर साहब नूं गुरु साहब दे चरनां वल चल पए। उधर पहाड़ी राजे मस्त झूलदा हाथी प्रेर के लै आए ने किला लोहगढ़ ते हमला करन लई। सिंह महाराज कलगीधर जी नूं बेनती करदे आ महाराज आप जी दा हुण की हुक्म है की आग्या है। तो उस वक्त सिंघां दे नाल जो महाराज जी दे वचन हो रहे ने आओ मन विरतियां एकाग्र करके सतगुरां दी ये पावन अमृतमयी कथा सरवण करिए। गुरु चरनां विच अपनियां हाजरियां लवाउंदिआं आप दी रसना नूं पवित्र करदे आखो जी सतनाम श्री वाहिगुरु साहिब जी। सतनाम श्री वाहिगुरु साहिब जी। दोहरा सुन सिंगन ते सतगुरु सब दिश दृष्ट चलाए
ਜਦੋਂ ਪਤਾ ਲੱਗਾ ਕਿ ਉਧਰੋਂ ਹਾਥੀ ਨੂੰ ਤਿਆਰ ਕਰਕੇ ਉਹਦੀ ਸੁੰਡ ਦੇ ਨਾਲ ਤੇਗ ਬੰਨ੍ਹ ਦਿੱਤੀ ਹੈ, ਸੈਫ ਫੌਲਾਦ ਦੇ ਤਵਿਆਂ ਨਾਲ ਮੜ ਦਿੱਤਾ ਹੈ, ਸ਼ਰਾਬ ਪਿਆ ਕੇ ਉਹਨੂੰ ਮਸਤ ਕਰਕੇ ਟੋਰ ਦਿੱਤਾ ਹੈ ਔਰ ਉਹ ਚਿੰਗਾਰ ਰਿਹਾ, ਉਹਦੀ ਆਵਾਜ਼ ਗੁਰੂ ਸਾਹਿਬ ਤੱਕ ਆ ਰਹੀ ਹੈ। ਤੋ ਸਿੰਘਾਂ ਨੇ ਮਹਾਰਾਜ ਜੀ ਨੂੰ ਬੇਨਤੀ ਕੀਤੀ, ਮਹਾਰਾਜ ਅੱਜ ਇਹੋ ਜਿਹਾ ਘਮਾਸਾਨ ਮਚੇਗਾ ਆਪ ਜੀ ਦੀ ਕਿਰਪਾ ਨਾਲ ਜੇ ਤੁਹਾਡਾ ਬਲ ਹੋਇਆ। ਲੋਹਗੜ੍ਹ ਸਾਹਿਬ ਦੀ ਨੇੜੇ ਤੇੜੇ ਦੀ ਜ਼ਮੀਨ ਖੂਨ ਦੇ ਨਾਲ ਰੰਗ ਕੇ ਰੱਖ ਦਿਆਂਗੇ, ਵੈਰੀਆਂ ਦੇ ਖੂਨ ਨਾਲ। ਕਲਗੀਧਰ ਪਾਤਸ਼ਾਹ ਨੇ ਸਿੰਘਾਂ ਦੇ ਬਚਨ ਸੁਣੇ ਨੇ, ਸਾਰੇ ਸਿੰਘਾਂ ਵੱਲ ਆਪਣੀ ਕਿਰਪਾ ਭਰੀ ਦ੍ਰਿਸ਼ਟੀ ਨਾਲ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਵੇਖਿਆ ਹੈ, ਤੱਕਿਆ ਹੈ। ਕਰੇ ਬਿਲੋਕਨ ਬ੍ਰਿੰਦਈ ਚੌਂ ਦਿਸ਼ ਮੈਂ ਤਿਸ ਥਾਏ। ਮਹਾਰਾਜ ਜੀ ਦੇ ਚਾਰੇ ਪਾਸੇ ਬੜੇ ਬਹਾਦਰ ਯੋਧੇ ਸਿਰਲੱਥ ਸੂਰਮੇ ਬੈਠੇ ਨੇ, ਜਿਨ੍ਹਾਂ ਨੇ ਮਰਨਾ ਕਬੂਲ ਕੀਤਾ ਹੋਇਆ। ਉਹਨਾਂ ਸਾਰਿਆਂ ਵੱਲ ਮਹਾਰਾਜ ਸੱਚੇ ਪਾਤਸ਼ਾਹ ਜੀ ਵੇਖਦੇ ਨੇ, ਚਾਰੇ ਪਾਸੇ ਸਿੰਘ ਬਹਾਦਰ ਯੋਧੇ ਬੈਠੇ ਹਨ। ਨਿਸਪਾਲਕ ਛੰਦ ਸ਼੍ਰੀ ਗੁਰ ਪ੍ਰਿਅੰਕ ਨਿਸਕੇ ਵਿੱਚ ਸਦੀਵਈ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਜੋ ਜਦੋਂ ਆਪਣੇ ਆਸਣਾਂ ਤੇ ਰਾਤਰੀ ਸਮੇਂ ਸੁਖਾਸਣਾਂ ਤੇ ਵਿਰਾਜਮਾਨ ਹੁੰਦੇ ਹਨ, ਹੋਵੇਂ ਸੁਚੇਤ ਰਖਵਾਰ ਥਿਤ ਥੀਵਈ। ਜਿਹੜੇ ਮਹਾਰਾਜ ਜੀ ਦੇ ਖਾਸ ਨਿਕਟਵਰਤੀ ਸਿੰਘ ਨੇ, ਉਹ ਰਾਤ ਸਮੇਂ ਸਤਿਗੁਰਾਂ ਦੇ ਪਹਿਰੇ 'ਚ ਰਹਿੰਦੇ ਹਨ। ਇਸ ਤਰ੍ਹਾਂ ਕਹਿ ਸਕਦੇ ਹਾਂ ਵੀ ਬਹੁਤ ਨੇੜੇ ਮਹਾਰਾਜ ਜੀ ਦੇ ਵਿਸ਼ਵਾਸ ਪਾਤਰ ਸਿੰਘ ਨੇ, ਜਿਹੜੇ ਸਤਿਗੁਰਾਂ ਦੇ ਆਰਾਮ ਕਰਨ ਵੇਲੇ ਮਹਾਰਾਜ ਜੀ ਦੇ ਕੋਲ ਪਹਿਰੇ ਤੇ ਰਹਿੰਦੇ ਹਨ। ਬਿਸੰਤ ਸੋ ਪੰਚ ਗਿਣਤੀ ਤਿਨੋ ਜਾਨੀਏ। ਇਹਨਾਂ ਦੀ ਕੁੱਲ ਗਿਣਤੀ 25 ਹੈ। 25 ਸਿੰਘ ਨੇ, ਜਿਨ੍ਹਾਂ ਚੋਂ ਭਾਈ ਬਚਿੱਤਰ ਸਿੰਘ ਜੀ, ਭਾਈ ਆਲਮ ਸਿੰਘ ਜੀ, ਭਾਈ ਉਦੇ ਸਿੰਘ ਜੀ, ਭਾਈ ਦਇਆ ਸਿੰਘ ਜੀ, ਧਰਮ ਸਿੰਘ ਜੀ, ਮੋਹਕਮ ਸਿੰਘ ਜੀ ਤੋਂ 5 ਵੀਰ ਤੋਂ ਇਹ 25 ਸਿੰਘ ਜਿਹੜੇ ਨੇ ਮਹਾਰਾਜ ਜੀ ਦੇ ਕੋਲ ਹਮੇਸ਼ਾ ਰਾਤ ਨੂੰ ਜਦੋਂ ਸਤਿਗੁਰੂ ਬਿਰਾਜਦੇ ਨੇ, ਇਹ ਪਹਿਰੇ ਤੇ ਰਹਿੰਦੇ। ਮਹਾਰਾਜ ਜੀ ਦੇ ਕਮਰ ਕੱਸੇ ਦੇ ਸਿੰਘ ਕਹੇ ਜਾ ਸਕਦੇ ਨੇ। 25 ਇਹਨਾਂ ਦੀ ਗਿਣਤੀ ਹੈ। ਜਾਗਤ ਰਹੰਤ ਗਏ ਆਯੁਧ ਸੋ ਪਾਨੀਏ। ਜਦੋਂ ਸਤਿਗੁਰੂ ਜੀ ਬਿਰਾਜਦੇ ਨੇ ਰਾਤ ਨੂੰ, ਇਹ 25 ਸਿੰਘ ਤਿਆਰ ਬਰ ਤਿਆਰ ਹੋ ਕੇ, ਸ਼ਸਤਰ ਧਾਰੀ ਹੋ ਕੇ ਵਾਰੋ ਵੇਰੀ ਮਹਾਰਾਜ ਜੀ ਦੇ ਪਹਿਰੇ ਤੇ ਰਹਿੰਦੇ ਹਨ। ਪਾਸੇ ਰਹੰਤ ਸਭ ਖਾਸ ਹਰ ਖਾਏ ਕੈ। ਇਹ ਸਤਿਗੁਰਾਂ ਦੇ ਕੋਲ ਹੀ ਰਹਿੰਦੇ ਹਮੇਸ਼ਾ। ਮਹਾਰਾਜ ਜੀ ਦੇ ਨਿਕਟਵਰਤੀ ਸਿੰਘਾਂ ਵਿੱਚੋਂ ਇਹ ਸਿੰਘ ਨੇ 25, ਜਿਹੜੇ ਹਰ ਵੇਲੇ ਸਤਿਗੁਰਾਂ ਦੇ ਕੋਲ ਰਹਿੰਦੇ ਨੇ, ਮਹਾਰਾਜ ਜੀ ਦੇ ਚਰਨਾਂ 'ਚ ਹਾਜ਼ਰ ਰਹਿੰਦੇ ਹਨ। ਜਾਮਨ ਮਝਾਰ ਕਰ ਸੇਵ ਸੁਖ ਪਾਏ ਕੈ। ਰਾਤ ਦੇ ਸਮੇਂ ਸਤਿਗੁਰਾਂ ਦੀ ਸੇਵਾ ਕਰਕੇ ਪਹਿਰੇ ਤੇ ਰਹਿ ਕੇ ਇਹਨਾਂ ਨੂੰ ਬੜਾ ਭਾਰੀ ਸੁਖ ਪ੍ਰਾਪਤ ਹੁੰਦਾ ਹੈ। ਭਾਈ ਆਲਮ ਸਿੰਘ ਇਹਨਾਂ 25 ਸਿੰਘਾਂ ਵਿੱਚੋਂ ਐਸਾ ਸਿੰਘ ਹੈ ਜਿਹੜਾ ਹਰ ਰੋਜ਼ ਰਾਤ ਨੂੰ ਜਾਗ ਕੇ ਪਹਿਰਾ ਦਿੰਦਾ ਹੈ ਔਰ ਇਹਨੇ ਕਦੇ ਨੀਂਦ ਨਹੀਂ ਲਈ। ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਇਹਨੇ ਨੀਂਦ ਜਿੱਤ ਲਈ ਹੋਈ ਸੀ। ਦੇਖਨ ਕਰੇ ਸੋ ਪ੍ਰਭ ਏਕ ਸਮ ਵੀਰ ਹੈ। 25 ਦੇ 25 ਸਿੰਘ ਮਹਾਰਾਜ ਜੀ ਕੋਲ ਬੈਠੇ ਨੇ ਇਸ ਵੇਲੇ। ਮਹਾਰਾਜ ਜੀ ਨੇ 25 ਵੱਲ ਨਿਗਾਹ ਮਾਰੀ, ਸਾਰੇ ਇੱਕੋ ਸਮਾਨ ਵੀਰ ਯੋਧੇ ਨੇ। ਐਸਾ ਨਹੀਂ ਵੀ ਕੋਈ ਇੱਕ ਦੂਜੇ ਤੋਂ ਘੱਟ ਹੋਵੇ। 25 ਦੇ 25 ਬੜੇ ਭਰੇ ਜੁੱਸੇ ਵਾਲੇ ਸਰੀਰ ਨੇ, ਇਹਨਾਂ ਦੇ ਬਲ ਨਾਲ ਭਰੇ ਹੋਏ ਉੱਚੇ ਲੰਮੇ ਕੱਦ ਨੇ, ਬਲਵਾਨ ਨੇ ਔਰ 25 ਦੇ 25 ਇੱਕੋ ਜਿਹੇ ਹਨ। ਜੰਗੇ ਨਿਸੰਗ ਪਟ ਭੰਗ ਹਿਤ ਧੀਰ ਔਰ ਬੜੇ ਧੀਰਜ ਨਾਲ ਜੰਗ ਦੇ ਮੈਦਾਨ ਦੇ ਵਿੱਚ ਲੜਨ ਵਾਲੇ ਨੇ। ਬੜੀ ਬਹਾਦਰੀ ਨਾਲ, ਬੜੇ ਧੀਰਜ ਦੇ ਨਾਲ ਇਹ 25 ਦੇ 25 ਸਿੰਘ ਜੰਗ ਦੇ ਮੈਦਾਨ ਵਿੱਚ ਲੜਨ ਦੀ ਬਿਰਤੀ ਰੱਖਦੇ ਨੇ ਔਰ ਲੜੇ ਵੀ ਹਨ। ਨਰਾਜ ਛੰਦ ਤਿਨੋ ਮਝਾਰ ਏਕ ਹੈ ਬਚਿੱਤਰ ਸਿੰਘ ਸੂਰਮਾ। ਇਹਨਾਂ 25 ਸਿੰਘਾਂ ਦੇ ਵਿੱਚੋਂ ਇੱਕ ਸਿੰਘ ਹੈ ਭਾਈ ਸਾਹਿਬ ਭਾਈ ਬਚਿੱਤਰ ਸਿੰਘ ਸੂਰਮਾ। ਇਹ ਭਾਈ ਸਾਹਿਬ ਭਾਈ ਮਨੀ ਸਿੰਘ ਦਾ ਸਾਹਿਬਜ਼ਾਦਾ ਹੈ। ਇਹਦਾ ਛੋਟਾ ਭਰਾ ਨਾਲ ਹੈ ਭਾਈ ਉਦੇ ਸਿੰਘ। ਤੋਂ ਭਾਈ ਸਾਹਿਬ ਭਾਈ ਬਚਿੱਤਰ ਸਿੰਘ ਜੀ
ਜੋ ਬੜੇ ਸੂਰਮੇ ਨੇ ਉਹਨਾਂ 25 ਸਿੰਘਾਂ ਦੇ ਵਿੱਚ ਹੀ ਹਨ। ਬਲੀ ਬਿਲੰਦ ਬਾਹੂ ਦੰਡ ਸ਼ਤਰੂ ਤੇ ਗਰੂਰ ਮਾ। ਬੜੇ ਬਲੀ ਨੇ, ਬਾਹਾਂ ਬੜੀਆਂ ਬਲਵਾਨ ਸਨ ਭਾਈ ਬਚਿੱਤਰ ਸਿੰਘ ਦੀਆਂ। ਆ ਕਈ ਵੀਰ ਜਦੋਂ ਭਾਈ ਬਚਿੱਤਰ ਸਿੰਘ ਜੀ ਦੇ ਬਾਰੇ ਸੁਣਾਉਂਦੇ ਐ, ਕਹਿੰਦੇ ਜੀ ਪਤਲਾ ਜਿਹਾ ਸਰੀਰ ਸੀ ਬਚਿੱਤਰ ਸਿੰਘ ਦਾ, ਹਵਾ ਨਾਲ ਉੱਡ ਜਾਏ, ਕਮਜ਼ੋਰ ਜਿਹਾ, ਏਦਾਂ ਨਹੀਂ ਸੀ। ਭਾਈ ਬਚਿੱਤਰ ਸਿੰਘ ਨੇ ਆਪਣਾ ਸਰੀਰ ਕਮਾਇਆ ਹੋਇਆ ਸੀ, ਬਾਹਾਂ ਵਿੱਚ ਬੜਾ ਬਲ ਸੀ, ਗੋਡਿਆਂ ਤੱਕ ਲਮਕਦੀਆਂ ਬਾਹਾਂ ਸਨ, ਮੋਢੇ ਉੱਚੇ ਸਨ, ਚੌੜੀ ਛਾਤੀ ਸੀ। ਤੋਂ ਬਲ ਦੇ ਨਾਲ ਭਰਿਆ ਹੋਇਆ ਭਾਈ ਬਚਿੱਤਰ ਸਿੰਘ ਦਾ ਸਰੀਰ ਹੈ ਔਰ ਸ਼ਤਰੂ ਦੇ ਵਿੱਚ, ਜੰਗ ਦੇ ਮੈਦਾਨ ਵਿੱਚ ਬੜੇ ਗਰੂਰ ਦੇ ਨਾਲ ਦੁਸ਼ਮਣ ਦੇ ਉੱਤੇ ਲੜ ਕੇ ਉਹਨਾਂ ਤੇ ਜਿੱਤ ਪ੍ਰਾਪਤ ਕਰਨ ਦੀ ਇੱਛਾ ਰੱਖਣ ਵਾਲਾ ਬਚਿੱਤਰ ਸਿੰਘ। ਸੋ ਰਾਜਪੂਤ ਜਾਤ ਤੇ ਮੁਛੈਲ ਛੈਲ ਜਾਨੀਏ। ਰਾਜਪੂਤਾਂ ਦਾ ਇੱਕ ਗੋਤ ਹੁੰਦਾ ਪਰਮਾਰ, ਜਿਹਨੂੰ ਪਵਾਰ ਵੀ ਕਹਿ ਦਿੰਦੇ ਐ। ਭਾਈ ਮਨੀ ਸਿੰਘ ਦਾ ਪੁੱਤਰ ਹੈ। ਭਾਈ ਮਨੀ ਸਿੰਘ ਜੀ ਪਵਾਰ ਸਨ ਗੋਤ ਕਰਕੇ ਰਾਜਪੂਤਾਂ ਵਿੱਚੋਂ। ਉਹਨਾਂ ਦਾ ਇਹ ਪੁੱਤਰ ਰਾਜਪੂਤ ਸੂਰਮਾ ਯੋਧਾ ਹੈ ਭਾਈ ਬਚਿੱਤਰ ਸਿੰਘ, ਔਰ ਮੁਛਹਿਰੇ ਬੜੇ ਬੜੇ ਵੱਡੇ ਸਨ ਚਿਹਰੇ ਦੇ ਉੱਤੇ। ਉਹ ਮੁਛਹਿਰੇ ਇਸ ਸੂਰਮੇ ਨੇ ਚੜਾਏ ਹੋਏ, ਛੈਲ ਜਾਨ ਭਰ ਜਵਾਨੀ ਦੀ ਅਵਸਥਾ ਹੈ ਭਾਈ ਬਚਿੱਤਰ ਸਿੰਘ ਦੀ। ਕਿਰਪਾਨ ਢਾਲ ਅੰਗ ਸੰਗ ਜੰਗ ਮੈਂ ਮਹਾਨੀਏ। ਕਿਰਪਾਨ ਤੇ ਢਾਲ ਦਾ ਜੰਗ ਕਰਨ ਵਿੱਚ, ਜੰਗ ਦੇ ਮੈਦਾਨ ਵਿੱਚ ਭਾਈ ਬਚਿੱਤਰ ਸਿੰਘ ਬੜਾ ਸੂਰਮਾ ਹੈ। ਤਲਵਾਰ ਵੀ ਇਹਦੇ ਵਰਗੀ ਜੰਗ ਦੇ ਮੈਦਾਨ 'ਚ ਚਲਾਉਣ ਵਾਲੇ ਬਹੁਤ ਘੱਟ ਸਿੰਘ ਹਨ। ਦੋਹਰਾ ਪੋਸ਼ਿਸ਼ ਪਟ ਬਹੁ ਰੂਪ ਕੀ ਪੈਰ ਤੇ ਆਪਣੇ ਅੰਗ। ਭਾਈ ਬਚਿੱਤਰ ਸਿੰਘ ਜੀ ਦੀ ਇੱਕ ਕਲਾ ਵੀ ਸੀ ਨਾਲ। ਕਲਾ ਕੀ ਸੀ? ਇਹ ਕਈ ਤਰ੍ਹਾਂ ਦੇ ਕੱਪੜੇ, ਕਈ ਰੰਗਾਂ ਦੇ ਕੱਪੜੇ ਆਪਣੇ ਤਨ ਤੇ ਪਹਿਨ ਕੇ ਆਪਣਾ ਰੂਪ ਵਟਾ ਲੈਂਦਾ ਸੀ। ਕੱਪੜੇ ਕਈ ਰੰਗਾਂ ਦੇ ਪਾਉਂਦਾ ਸੀ ਔਰ ਕਈ ਪ੍ਰਕਾਰ ਦੇ ਪਾਉਂਦਾ ਸੀ, ਭਾਂਤ ਭਾਂਤ ਦੇ। ਇਸ ਕਰਕੇ ਕਲਗੀਧਰ ਪਾਤਸ਼ਾਹ ਨੇ ਭਾਈ ਬਚਿੱਤਰ ਸਿੰਘ ਦਾ ਇੱਕ ਨਾਮ ਰੱਖਿਆ ਹੋਇਆ, ਤਖੱਲਸ ਰੱਖਿਆ ਹੋਇਆ ਹੈ। ਪਿਕ ਪ੍ਰਭ ਕਹਿ ਬਹੁ ਰੂਪੀਆ ਪਇਓ ਸੋ ਸੰਗਿਆ ਸੰਗ। ਮਹਾਰਾਜ ਜੀ ਭਾਈ ਬਚਿੱਤਰ ਸਿੰਘ ਨੂੰ ਕਿਹਾ ਕਰਦੇ ਸੀ ਬਰੂਪੀਆ, ਕਿਉਂਕਿ ਕਈ ਤਰ੍ਹਾਂ ਦੇ ਰੂਪ ਵਟਾ ਲੈਂਦਾ ਸੀ, ਕਈ ਤਰ੍ਹਾਂ ਦੇ ਵਸਤਰ ਪਾ ਕੇ ਰੂਪ ਬਦਲ ਲੈਂਦਾ ਸੀ। ਤੋ ਮਹਾਰਾਜ ਸੱਚੇ ਪਾਤਸ਼ਾਹ ਨੇ ਇਹਦਾ ਨਾਂ, ਇਹਦੀ ਸੰਗਿਆ ਪਾ ਦਿੱਤੀ ਬਚਿੱਤਰ ਸਿੰਘ ਬਰੂਪੀਆ। ਜਿਵੇਂ ਭਾਈ ਆਲਮ ਸਿੰਘ ਨੂੰ ਨੱਚਣਾ ਕਹਿੰਦੇ ਸੀ ਨਾ, ਏਦਾਂ ਭਾਈ ਬਚਿੱਤਰ ਸਿੰਘ ਨੂੰ ਮਹਾਰਾਜ ਕਲਗੀਧਰ ਜੀ ਬਹਰੂਪੀਆ ਕਹਿ ਕੇ ਬੁਲਾਉਂਦੇ ਸਨ। ਚੰਚਲਾ ਚੰਦ ਸ਼੍ਰੀ ਗੁਰੂ ਬਿਲੋਕ ਕੈ ਬਿਲੰਦ ਓ ਜਵਾਨ ਜਾਨ। ਕਲਗੀਧਰ ਜੀ ਨੇ ਭਾਈ ਬਚਿੱਤਰ ਸਿੰਘ ਵੱਲ ਵੇਖਿਆ। ਹੈਣ 25 ਦੇ 25 ਸਿੰਘ ਹੀ ਬੜੇ ਬਲਵਾਨ, ਪਰ ਜਿਹਦੇ ਕੋਲੋਂ ਸੇਵਾ ਲੈਣੀ ਉਹ ਤਾਂ ਸਤਿਗੁਰੂ ਜਾਣਦੇ ਆ। ਭਾਈ ਬਚਿੱਤਰ ਸਿੰਘ ਵੱਲ ਮਹਾਰਾਜ ਜੀ ਦੀ ਨਿਗਾਹ ਗਈ, ਵੇਖਿਆ ਇਹ ਬਲੀ ਹੈ, ਸੂਰਮਾ ਹੈ, ਦਲੇਰ ਹੈ। ਸਾਮ ਹੋਏ ਥਿਰਿਓ ਸੁਬੀਰ ਹਾਥ ਤਾਰ ਆਯੁਧ ਥਾਂ। ਔਰ ਸ਼ਸਤਰ ਪਕੜ ਕੇ ਬੜਾ ਤਿਆਰ ਬਰ ਤਿਆਰ ਅਵਸਥਾ ਵਿੱਚ ਭਾਈ ਬਚਿੱਤਰ ਸਿੰਘ ਜੀ ਮਹਾਰਾਜ ਜੀ ਦੇ ਸਾਨਮੁਖ ਖੜੇ ਹਨ। ਮਾਨ ਹੈ ਪ੍ਰਭੂ ਸੋ ਬਾਤ ਹੈ ਆਨੰਦ ਧੀਰ ਮਾਏ। ਔਰ ਭਾਈ ਬਚਿੱਤਰ ਸਿੰਘ ਜੀ ਗੁਰੂ ਕੀ ਆਗਿਆ ਵਿੱਚ ਚੱਲਣ ਵਾਲੇ ਸਿੰਘ ਨੇ, ਬੜੇ ਧੀਰਜ ਨਾਲ, ਬੜੇ ਠਰੰਮੇ ਨਾਲ ਸਤਿਗੁਰੂ ਜੀ ਦੇ ਬਚਨਾਂ ਦੀ ਪਾਲਣਾ ਕਰਦੇ ਨੇ। ਪਹਿਲਾਂ ਵੀ ਕਈ ਵਾਰ ਸਤਿਗੁਰੂ ਜੀ ਦੇ ਬਚਨਾਂ ਦੀ ਪਾਲਣਾ ਭਾਈ ਬਚਿੱਤਰ ਸਿੰਘ ਨੇ ਕਰਦਿਆਂ ਮੈਦਾਨੇ ਜੰਗ ਦੇ ਵਿੱਚ ਜੰਗ ਲੜੇ ਹਨ। ਬਾਸ ਤੋਂ ਹਜ਼ੂਰ ਨੀਤ ਪਾਉ ਦੀ ਚੀਤ ਜਾਏ। ਭਾਈ ਬਚਿੱਤਰ ਸਿੰਘ ਜੀ ਦਾ ਸਤਿਗੁਰਾਂ ਦੇ ਕੋਲ ਨਿਤ ਵਾਸਾ ਸੀ। 25 ਸਿੰਘ ਜਿਹੜੇ ਮਹਾਰਾਜ ਜੀ ਦੇ ਨਾਲ ਰਹਿੰਦੇ, ਉਹਨਾਂ ਚੋਂ ਭਾਈ ਬਚਿੱਤਰ ਸਿੰਘ ਵੀ ਹਮੇਸ਼ਾ ਮਹਾਰਾਜ ਜੀ ਦੇ ਕੋਲ ਰਹਿਣ ਕਰਕੇ ਇਹਨਾਂ ਦਾ ਸਤਿਗੁਰਾਂ ਨਾਲ ਬੜਾ ਗੂੜ ਸਨੇਹ ਸੀ। ਕਲਗੀਧਰ ਜੀ ਦੇ ਨਾਲ ਬਹੁਤ ਜ਼ਿਆਦਾ ਗੂੜੀ ਪ੍ਰੀਤ ਸੀ ਭਾਈ ਬਚਿੱਤਰ ਸਿੰਘ ਜੀ ਦੀ। ਲਲਿਤ ਪਦ ਚੰਦ
विद्या नेजे मारन की मैं बुद्धिमान बड़ जाने। ਭਾਈ ਬਚਿੱਤਰ ਸਿੰਘ ਜੀ ਜਿਹੜਾ ਬਰਛਾ ਚਲਾਉਣ ਦੀ ਵਿਦਿਆ ਹੁੰਦੀ ਹੈ ਉਹਦੇ ਵਿੱਚ ਬੜੇ ਬੁੱਧੀਮਾਨ ਤੇ ਨਿਪੁੰਨ ਸੀ, ਕਿਉਂਕਿ ਹਰ ਇੱਕ ਸ਼ਸਤਰ ਦੀ ਵਿਦਿਆ ਹੁੰਦੀ, ਉਹਦੇ ਵਿੱਚ ਕਿਸੇ ਨੂੰ ਮਹਾਰਤ ਪ੍ਰਾਪਤ ਹੁੰਦੀ, ਕਿਸੇ ਨੂੰ ਬੰਦੂਕ ਚਲਾਉਣ 'ਚ ਮਹਾਰਤ ਪ੍ਰਾਪਤ ਹੁੰਦੀ ਹੈ, ਕਿਸੇ ਨੂੰ ਤਲਵਾਰ ਚਲਾਉਣ 'ਚ। ਇਸੇ ਤਰ੍ਹਾਂ ਭਾਈ ਬਚਿੱਤਰ ਸਿੰਘ ਜੀ ਨੂੰ ਨੇਜੇ ਦੀ ਜਿਹੜੀ ਵਿਦਿਆ ਸੀ ਨਾ, ਨੇਜੇਬਾਜ਼ੀ ਦੀ, ਉਹਦੇ 'ਚ ਬੜੇ ਨਿਪੁੰਨ ਸਨ। ਨੇਜੇ ਦੇ ਜਿਹੜੇ ਵਾਰ ਨੇ ਕੋਈ ਪੁਰਾਣੇ ਉਸਤਾਦ ਹੀ ਜਾਣਦੇ ਆ। ਆਮ ਕਰਕੇ ਅੱਜ ਜਦੋਂ ਅਖਾੜੇ ਸਜਦੇ ਵੇਖਦੇ ਆ ਨੇਜਿਆਂ ਨਾਲ ਖੇਡਦੇ ਸਿੰਘਾਂ ਨੂੰ, ਉਹ ਤਕਰੀਬਨ ਡਾਂਗ ਵਾਲੇ ਵਾਰ ਹੀ ਨੇਜਿਆਂ ਦੇ ਨਾਲ ਹੀ ਚੱਲ ਰਹੇ ਹੁੰਦੇ ਆ। ਤੋ ਨੇਜੇ ਦੀ ਵੀ ਇੱਕ ਪ੍ਰਕਾਰ ਦੀ ਬੜੀ ਗੂੜ ਵਿਦਿਆ ਹੈ ਜੋ ਪੰਥ ਵਿੱਚ ਕੁਝ ਕੁ ਪੁਰਾਤਨ ਸਿੰਘਾਂ ਦੇ ਪਾਸ ਹੈ। ਭਾਈ ਸਾਹਿਬ ਭਾਈ ਬਚਿੱਤਰ ਸਿੰਘ ਜੀ ਨੇਜਾ ਚਲਾਉਣ ਦੀ ਵਿਦਿਆ ਵਿੱਚ ਬੜੇ ਨਿਪੁੰਨ ਸਨ। ਘੋੜੇ ਤੇ ਬਹਿ ਕੇ ਨੇਜੇਬਾਜ਼ੀ ਕਰਨੀ, ਨਿਸ਼ਾਨੇ ਨੂੰ ਵਿੰਨ ਦੇਣਾ ਔਰ ਬਲ ਦੇ ਨਾਲ ਨੇਜੇ ਨੂੰ ਚਲਾਉਣਾ, ਉਹ ਵਿਦਿਆ ਵਿੱਚ ਭਾਈ ਬਚਿੱਤਰ ਸਿੰਘ ਜੀ ਬੜੇ ਸੂਰਮੇ ਨੇ, ਬੁੱਧੀਮਾਨ ਨੇ, ਜਾਣਦੇ ਨੇ ਨੇਜਾ ਕਿਵੇਂ ਚਲਾਉਣਾ। ਚੜ ਤੋ ਰੰਗ ਕਹਿ ਪੈਦਲ ਹੋਏ ਕਰ ਅਧਿਕ ਪਰਮਾਵਨ ਠਾਨੇ। ਪੈਦਲ ਚੱਲਣਾ ਹੋਵੇ, ਪੈਦਲ ਚੱਲਣ ਵੇਲੇ ਜਿਹੜੇ ਨੇਜੇ ਦੇ ਵਾਰ ਹੁੰਦੇ ਆ ਉਹ ਵੀ ਭਾਈ ਬਚਿੱਤਰ ਸਿੰਘ ਨੂੰ ਆਉਂਦੇ ਆ। ਘੋੜੇ ਤੇ ਸਵਾਰ ਹੋ ਕੇ ਨੇਜੇ ਦੇ ਨਾਲ, ਬਰਛੇ ਦੇ ਨਾਲ ਵਾਰ ਕਿਵੇਂ ਕਰਨਾ, ਉਹ ਵਿਦਿਆ ਵਿੱਚ ਵੀ ਭਾਈ ਬਚਿੱਤਰ ਸਿੰਘ ਜੀ ਪੂਰਨ ਤੌਰ ਤੇ ਨਿਪੁੰਨ ਹਨ। ਨੇਜਾ ਗਏ ਖਰੋ ਜੋ ਸਨਮੁਖ ਸ਼੍ਰੀ ਪ੍ਰਭ ਨਿਕਟੇ ਹਕਾਰਾ। ਭਾਈ ਬਚਿੱਤਰ ਸਿੰਘ ਜੀ ਨੇ ਹੱਥ ਗਾਤਰੇ ਤਲਵਾਰ ਹੈ, ਮੋਢੇ ਤੇ ਢਾਲ ਹੈ, ਹੱਥ ਵਿੱਚ ਨੇਜਾ ਫੜਿਆ ਬਰਛਾ। ਕਲਗੀਧਰ ਜੀ ਨੇ ਵੇਖਿਆ ਭਾਈ ਬਚਿੱਤਰ ਸਿੰਘ ਜੀ ਨੂੰ ਇਸ਼ਾਰਾ ਕਰਕੇ ਆਪਣੇ ਕੋਲ ਨੇੜੇ ਬੁਲਾਇਆ। ਆਓ ਬਚਿੱਤਰ ਸਿੰਘ ਵੱਡ ਜੋਧਾ, ਔਰ ਬਚਨ ਕੀਤਾ, ਆਓ ਬਚਿੱਤਰ ਸਿੰਘ ਜੀ ਵੱਡੇ ਯੋਧੇ ਸੂਰਮੇ, ਤੁਵ ਸਿਰ ਪਾਰ ਉਧਾਰਾ। ਭਾਈ ਬਚਿੱਤਰ ਸਿੰਘ ਜੀ ਤੇਰੇ ਸਿਰ ਦੇ ਉੱਤੇ, ਤੁਹਾਡੇ ਸਿਰ ਦੇ ਉੱਤੇ ਅਸੀਂ ਬੜੀ ਵੱਡੀ ਭਾਰੀ ਜ਼ਿੰਮੇਵਾਰੀ ਪਾਉਣ ਲੱਗੇ ਹਾਂ। ਬੜਾ ਵੱਡਾ ਭਾਰ ਭਾਈ ਬਚਿੱਤਰ ਸਿੰਘ ਜੀ ਤੁਹਾਡੇ ਸਿਰ ਤੇ ਪਾਉਣ ਲੱਗੇ ਹਾਂ। ਉਤ ਸੈਲਿੰਦਰਨ ਕੋ ਮਤੰਗ ਵੱਡ, ਉਧਰੋਂ ਪਹਾੜੀ ਰਾਜਿਆਂ ਦਾ ਮਸਤ ਝੂਲਦਾ ਹਾਥੀ ਆ ਰਿਹਾ ਹੈ। ਇਤ ਤੇ ਕੇ ਹਰ ਥੀਜੈ। ਇਹ ਭਾਈ ਬਚਿੱਤਰ ਸਿੰਘ ਜੀ ਇਧਰੋਂ ਸਾਡੇ ਵੱਲੋਂ ਉਸ ਹਾਥੀ ਦਾ ਮੁਕਾਬਲਾ ਕਰਨ ਲਈ ਬੱਬਰ ਸ਼ੇਰ ਬਣ ਕੇ ਤੁਸੀਂ ਜਾਓ, ਇਧਰੋਂ ਸ਼ੇਰ ਬਣ ਕੇ ਤੁਸੀਂ ਜਾਓ। ਉਧਰੋਂ ਪਹਾੜੀ ਰਾਜਿਆਂ ਦਾ ਹਾਥੀ ਆ ਰਿਹਾ ਝੂਲਦਾ ਹੋਇਆ, ਇਧਰੋਂ ਸਾਡੇ ਵੱਲੋਂ ਤੁਸੀਂ ਸ਼ੇਰ ਬਣ ਕੇ ਜਾਓ। ਮਹਾਦਾੜ ਨੇਜਾ ਖਰਦੈ ਹੈ ਗਜ ਹੱਥ ਬੇਕੋ ਕੀਜੈ। ਭਾਈ ਬਚਿੱਤਰ ਸਿੰਘ ਜੀ ਜਿਹੜਾ ਨੇਜਾ ਉਸ ਹਾਥੀ ਨੂੰ ਤੁਸੀਂ ਮਾਰਨਾ, ਉਹ ਮਾਨੋ ਬੜੀ ਤਿੱਖੀ ਦਾੜ ਹੋਵੇਗੀ, ਜਿਵੇਂ ਸ਼ੇਰ ਦੀ ਦਾੜ ਹੁੰਦੀ ਹੈ ਨਾ, ਉਹ ਦਾੜ ਹੋਵੇਗੀ। ਉਹ ਅਸੀਂ ਤੁਹਾਨੂੰ ਆਪ ਆਪਣੇ ਹੱਥੀਂ ਦੇ ਕੇ ਭੇਜਾਂਗੇ। ਉਹ ਨੇਜਾ ਅਸੀਂ ਖੁਦ ਆਪ ਆਪਣੇ ਹੱਥੀਂ ਤੁਹਾਨੂੰ ਦੇ ਕੇ ਟੋਰਾਂਗੇ। ਆਯੁਤ ਪਾਲਾ ਪਾਲ ਪ੍ਰਹਾਰੋ ਮੁਰ ਹੈ ਜਿਸ ਤੇ ਹਾਥੀ। ਔਰ ਜਾ ਕੇ ਜਿਹੜਾ ਚੌੜਾ ਮੱਥਾ ਹੈ ਨਾ ਹਾਥੀ ਦਾ, ਉਸ ਮੱਥੇ ਦੇ ਵਿੱਚ ਜਾ ਕੇ ਤੁਸੀਂ ਉਹ ਨੇਜਾ ਮਾਰਨਾ। ਔਰ ਜਦੋਂ ਤੁਸੀਂ ਨੇਜਾ ਮਾਰੋਗੇ ਉਸ ਮੱਥੇ ਦੇ ਵਿੱਚ ਹਾਥੀ ਦੇ, ਉਹ ਆਪੇ ਦਰਦ ਨਾਲ ਕਰਾਉਂਦਾ ਹੋਇਆ ਮੂੰਹ ਮੋੜ ਕੇ ਪਿੱਛੇ ਨੂੰ ਚਲਾ ਜਾਏਗਾ। ਨਹੀਂ ਕਦਾਚਿਤ ਸਨਮੁਖ ਆਵੇ ਪਿੱਛੇ ਮਾਰੇ ਸਾਥੀ। ਜਦੋਂ ਤੁਸੀਂ ਉਹਦੇ ਮੱਥੇ ਵਿੱਚ ਉਹ ਨੇਜਾ ਮਾਰੋਗੇ, ਉਹ ਸਨਮੁਖ ਹੋ ਕੇ ਅੱਗੇ ਵੱਧ ਕੇ ਨਹੀਂ ਆਵੇਗਾ, ਪਿਛਾਂ ਨੂੰ ਮੂੰਹ ਕਰਕੇ ਭੱਜੇਗਾ ਔਰ ਆਪਣੇ ਸਾਥੀਆਂ ਨੂੰ ਹੀ ਵੱਢਦਾ ਜਾਵੇਗਾ, ਮਾਰਦਾ ਜਾਵੇਗਾ। ਧਰ ਧੀਰਜ ਦੀਰਘ ਬਲ ਕਰਕੇ। ਧੀਰਜ ਧਾਰਨ ਕਰਕੇ ਭਾਈ ਬਚਿੱਤਰ ਸਿੰਘ ਜੀ ਦੀਰਘ ਬਲ ਧਾਰਨ ਕਰਕੇ। ਸ਼ੰਕਾ ਤਿਆਗ ਪ੍ਰਹਾਰੋ। ਸ਼ੰਕੇ ਦਾ ਤਿਆਗ ਕਰਕੇ ਉਸ ਹਾਥੀ ਤੇ ਪ੍ਰਹਾਰ ਕਰਨਾ। ਇਹ ਨਹੀਂ ਸ਼ੰਕਾ ਕਰਨਾ ਵੀ ਹਾਥੀ ਨੂੰ ਇਸ ਨਾਗਣੀ ਨਾਲ, ਇਸ ਨੇਜੇ ਨਾਲ ਕਿਵੇਂ ਮਾਰਾਂ। ਬਿਨਾਂ ਸ਼ੰਕੇ ਤੋਂ ਵਾਰ ਕਰਿਓ, ਉਹਦਾ ਮੱਥਾ ਚੀਰਿਆ ਜਾਏਗਾ, ਉਹ ਆਪਣੇ ਹੀ ਸਾਥੀਆਂ ਨੂੰ ਵੱਢਦਾ ਪਿੱਛੇ ਨੂੰ ਮੁੜ ਜਾਏਗਾ।
ਤਰਾਸ ਨ ਕਰੋ ਪ੍ਰਯਾਸ ਤਰੋ ਅਸ। ਮਨ 'ਚ ਕਿਸੇ ਪ੍ਰਕਾਰ ਦਾ ਤਰਾਸ ਨਹੀਂ ਰੱਖਣਾ। ਭਾਈ ਬਚਿੱਤਰ ਸਿੰਘ ਜੀ ਡਰ ਨਹੀਂ ਰੱਖਣਾ। ਬਿਨਾਂ ਪ੍ਰਕਾਰ ਕਿਸੇ ਪ੍ਰਕਾਰ ਦੇ ਡਰ ਤੋਂ ਇਹ ਪ੍ਰਯਾਸ ਇਹ ਉਦਮ ਜਾ ਕੇ ਕਰੋ। ਜਸ ਕੋ ਪਾਏ ਸੁਖਾਰੋ। ਔਰ ਸੁਖਾਰੇ ਢੰਗ ਦੇ ਨਾਲ ਤੁਹਾਨੂੰ ਜਸ ਪ੍ਰਾਪਤ ਹੋਵੇਗਾ, ਸੋਭਾ ਪ੍ਰਾਪਤ ਹੋਵੇਗੀ। ਸੁਨ ਬਚਿੱਤਰ ਸਿੰਘ ਭਇਓ ਪ੍ਰਫੁੱਲਿਤ। ਮਹਾਰਾਜ ਜੀ ਦੇ ਬਚਨ ਸੁਣ ਕੇ ਭਾਈ ਬਚਿੱਤਰ ਸਿੰਘ ਦੇ ਚਿਹਰੇ ਤੇ ਲਾਲੀ ਚੜ ਗਈ ਵੀ ਗੁਰੂ ਸਾਹਿਬ ਨੇ ਮੇਰੀ ਸੇਵਾ ਲਾਈ। ਅਹੋ ਭਾਗ ਮੇਰੇ, ਮੇਰੇ ਵੱਡੇ ਭਾਗ ਕਿ ਸਤਿਗੁਰੂ ਜੀ ਨੇ ਮੈਨੂੰ ਇਸ ਸੇਵਾ ਦੇ ਲਾਇਕ ਜਾਣਿਆ। ਖੁਸ਼ੀ ਨਾਲ ਉਤਸ਼ਾਹ ਵੱਧ ਗਿਆ ਭਾਈ ਬਚਿੱਤਰ ਸਿੰਘ ਦੇ ਅੰਦਰ। ਤਬ ਦੋਨੋਂ ਕਰ ਬੰਦੇ। ਦੋਵੇਂ ਹੱਥ ਭਾਈ ਬਚਿੱਤਰ ਸਿੰਘ ਜੀ ਨੇ ਜੋੜ ਲਏ ਸਤਿਗੁਰਾਂ ਦੇ ਸਨਮੁਖ। ਮਹਾਰਾਜ ਕੀ ਆਇਸ ਜੈਸੇ। ਇਹ ਬਾਜਾਂ ਵਾਲੇ ਪ੍ਰੀਤਮ ਸਤਿਗੁਰੂ ਜਿਵੇਂ ਆਪ ਜੀ ਦੀ ਆਗਿਆ, ਜਿਵੇਂ ਆਪ ਜੀ ਦਾ ਹੁਕਮ ਹੈ ਤਿਮਹੀ ਕਰੋ ਨਿਕੰਦੇ। ਉਸੇ ਤਰ੍ਹਾਂ ਜਾ ਕੇ ਮੈਂ ਮਾਰਾਂਗਾ ਹਾਥੀ ਨੂੰ। ਮੈਂ ਇਹ ਹਾਥੀ ਕਿਆ ਬਪਰੋ। ਆਹ ਵੇਖੋ ਕਿੰਨਾ ਹੌਸਲਾ ਵਧਿਆ ਭਾਈ ਬਚਿੱਤਰ ਸਿੰਘ ਦਾ ਗੁਰੂ ਬਚਨਾਂ ਨਾਲ। ਕਹਿੰਦੇ ਮਹਾਰਾਜ ਇਸ ਮਾਤ ਲੋਕ ਦੀ ਧਰਤੀ ਤੇ ਪਹਾੜੀਆਂ ਦਾ ਇਹ ਹਾਥੀ ਕੀ ਹੈ, ਇਹ ਕੀ ਮਾਇਨੇ ਰੱਖਦਾ ਹੈ। ਜੋ ਅੜ ਸਕੇ ਅਗਾਰੀ। ਜਿਹੜਾ ਮੇਰੇ ਸਾਹਮਣੇ ਅੜ ਸਕੇ ਤੁਹਾਡੀ ਕਿਰਪਾ ਨਾਲ। ਮਹਾਰਾਜ ਇਸ ਧਰਤੀ ਦਾ ਕਿਹੜਾ ਹਾਥੀ ਹੈ ਜਿਹੜਾ ਮੇਰੇ ਸਾਹਮਣੇ ਅੜ ਸਕੇ। ਸੁਨਿਓ ਸੁਰਗ ਮੈਂ ਇੱਕ ਐਰਾਵਤ। ਪਾਤਸ਼ਾਹ ਤੁਹਾਡੀ ਕਿਰਪਾ ਚਾਹੀਦੀ ਹੈ। ਮੈਂ ਸੁਣਿਆ ਇੱਕ ਐਰਾਵਤ ਨਾਮ ਦਾ ਹਾਥੀ, ਦੁਨੀਆ ਦੇ ਜਿੰਨੇ ਹਾਥੀ ਨੇ ਸਭ ਤੋਂ ਬਲੀ ਹਾਥੀ ਉਹ ਐਰਾਵਤ ਹਾਥੀ ਹੈ ਜਿਹਦੀ ਸਵਾਰੀ ਰਾਜਾ ਇੰਦਰ ਕਰਦਾ ਹੈ। ਉਹ ਸਵਰਗਪੁਰੀ ਵਿੱਚ ਮੈਂ ਸੁਣਿਆ ਹੈ। ਤਿਸ ਕੋ ਲੈ ਹੋ ਮਾਰੀ। ਜੇ ਤੁਹਾਡੀ ਕਿਰਪਾ ਹੋ ਜਾਏ ਇਹ ਹਾਥੀ ਕੀ ਹੈ ਮਹਾਰਾਜ, ਮੈਂ ਤਾਂ ਇੰਦਰ ਦੇ ਹਾਥੀ ਐਰਾਵਤ ਨੂੰ ਵੀ ਜੰਗ ਦੇ ਮੈਦਾਨ ਵਿੱਚ ਮਾਰ ਕੇ ਮੁਕਾ ਦਿਆਂ। ਉਸ ਐਰਾਵਤ ਹਾਥੀ ਨੂੰ ਵੀ ਰਣ ਭੂਮੀ ਵਿੱਚ ਮਾਰ ਮੁਕਾਵਾ ਮੇਰੇ ਸਾਹਿਬ। ਇਹ ਪਹਾੜੀ ਰਾਜਿਆਂ ਦਾ ਹਾਥੀ ਕੀ ਮਾਇਨੇ ਰੱਖਦਾ ਹੈ। ਵੇਖੋ ਹੌਸਲਾ ਗੁਰੂ ਕੇ ਸਿੱਖ ਦੇ ਅੰਦਰ ਦਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਭਰੋਸਾ ਬੋਲ ਰਿਹਾ ਹੈ, ਗੁਰੂ ਦਾ ਵਿਸ਼ਵਾਸ ਬੋਲ ਰਿਹਾ ਹੈ। ਦੂਜੇ ਪਾਸੇ ਦੁਨੀ ਚੰਦ ਸੀ, ਇੱਕ ਪਾਸੇ ਭਾਈ ਬਚਿੱਤਰ ਸਿੰਘ ਹੈ। ਵੇਖੋ ਭਰੋਸੇ ਵਾਲਿਆਂ ਦੇ ਕਿਵੇਂ ਬੇੜੇ ਬੰਨੇ ਲੱਗਦੇ ਐ। ਆਪਨ ਖਜ਼ਾਨੇ ਵਿੱਚ ਤੇ ਸਤਿਗੁਰ ਤਬ ਨੇਜੇ ਮੰਗਵਾਏ। ਮਹਾਰਾਜ ਜੀ ਦੇ ਖਜ਼ਾਨੇ 'ਚ ਬੜੇ ਕੀਮਤੀ ਦੋ ਨੇਜੇ ਆਏ ਹੋਏ ਸਨ, ਬਰਛੇ। ਇੱਕ ਨਾਗਣੀ ਕਿਸਮ ਦਾ ਸੀ, ਉਹ ਅੱਜ ਵੀ ਤਖਤ ਸ੍ਰੀ ਕੇਸਗੜ੍ਹ ਸਾਹਿਬ ਤੇ ਸੁਭਾਏਮਾਨ ਨੇ ਦੋਵੇਂ। ਇੱਕ ਨਾਗਣੀ ਕਿਸਮ ਦਾ ਸੀ, ਦੂਜਾ ਚੌੜੇ ਫਲ ਵਾਲਾ ਬਰਛਾ। ਤਕਰੀਬਨ ਇਹਦੀ ਲੰਬਾਈ ਜਿਹੜੀ ਸੀ ਉਹ 8 ਫੁੱਟ ਤੋਂ ਵੀ ਉੱਤੇ ਸੀ। किसी विलायत पए त्यार सो कीमत अधिक बनाए। ਇਹ ਦੋਵੇਂ ਨੇਜੇ ਵਲਾਇਤ ਵਿੱਚੋਂ, ਵਿਦੇਸ਼ ਵਿੱਚੋਂ ਕਿਸੇ ਭਾਵਨਾ ਵਾਲੇ ਸਿੱਖ ਨੇ ਬੜੀ ਰੀਝ ਨਾਲ ਖੁੱਲੀ ਮਾਇਆ ਦੇ ਗੱਫੇ ਖਰਚ ਕੇ ਤਿਆਰ ਕਰਕੇ ਮਹਾਰਾਜ ਜੀ ਕੋਲ ਭੇਜੇ ਸਨ। ਬੇਣ ਵਿਖੇ ਬੋ ਕਲੀ ਪੂਰ ਕਰ। ਜਿਹੜੀ ਇਹਦੀ ਬੇਣ ਪਿੱਛੇ ਬਾਂਸ ਹੁੰਦਾ ਨਾ ਪਾਇਆ, ਸੋਟੀ ਪਾਈ ਹੁੰਦੀ ਹੈ ਛੜ, ਉਹਦੇ ਵਿੱਚ ਕਲੀ ਪੂਰ ਕੇ ਉਹਨੂੰ ਬੜਾ ਮਜ਼ਬੂਤ ਕੀਤਾ ਹੋਇਆ ਵੀ ਉਹ ਜਿਹੜੀ ਪਿੱਛੇ ਸੋਟੀ ਹੈ ਬੇਣ ਉਹ ਟੁੱਟੇ ਨਾ। ਉਹਦੇ ਚ ਕਲੀ ਭਰ ਕੇ ਉਹਨੂੰ ਪੂਰਨ ਤੌਰ ਤੇ ਮਜ਼ਬੂਤ ਕੀਤਾ ਹੋਇਆ ਹੈ। ਉੱਪਰ ਪੈ ਲਪਟਾਏ। ਔਰ ਜਿੱਥੇ ਬਰਛਾ ਲਾਇਆ ਨਾਲ ਉਸ ਰੱਸੀ ਦੇ ਵਿੱਚ, ਸੋਟੀ ਦੇ ਵਿੱਚ, ਉਸ ਬਰਛੇ ਦੇ ਉੱਤੇ ਜਿਵੇਂ ਪਸ਼ੂਆਂ ਦੇ, ਜਾਨਵਰਾਂ ਦੇ ਪੇਟ ਦੀਆਂ ਆਂਤਾਂ ਕੱਢ ਕੇ ਨਾ ਉਹਦੀਆਂ ਬੜੀਆਂ ਮਜ਼ਬੂਤ ਤੰਦੀਆਂ ਬਣਾਈਆਂ ਜਾਂਦੀਆਂ ਸੀ, ਉਹਨੂੰ ਪੈ ਕਹਿੰਦੇ ਆ। ਉਸ ਤੰਦੀ ਦੇ ਨਾਲ ਉਸ ਬਰਛੇ ਨੂੰ ਬੜੀ ਮਜ਼ਬੂਤੀ ਦੇ ਨਾਲ, ਸੋਟੀ ਨਾਲ, ਡਾਂਗ ਦੇ ਨਾਲ ਬੰਨਿਆ ਹੋਇਆ ਹੈ। ਦੂਰੇ ਹੋਏ ਬਨੇ ਪੁਨ ਸਰਲੀ ਨੈ ਟੂਟੇ ਬਲ ਲਾਏ। ਜਿਹੜੀ ਉਹ ਸੋਟੀ ਪਾਈ ਹੋਈ ਹੈ ਨਾ ਬਰਛੇ ਨੂੰ, ਪਿੱਛੇ ਜਿਹੜਾ ਬਾਂਸ ਪਾਇਆ ਹੋਇਆ, ਡਾਂਗ ਪਾਈ ਹੋਈ ਹੈ, ਉਹਦੀ ਖਾਸੀਅਤ ਇਹ ਹੈ ਵੀ ਉਹ ਟੁੱਟਦੀ ਨਹੀਂ। ਇੱਕ ਤਾਂ ਕਲੀ ਪਾਈ ਹੋਈ ਆ ਉਹਦੇ 'ਚ, ਦੂਜੀ ਉਹ ਦੋਹਰੀ ਹੋ ਕੇ ਛੜ ਫੇਰ ਸਿੱਧੀ ਹੋ ਜਾਂਦੀ ਹੈ। ਇੰਨੀ ਉਹਦੇ 'ਚ ਨਰਮੀ ਹੈ। ਤੇ ਨਰਮ ਵੀ ਇਦਾਂ ਹੀ ਨਹੀਂ ਵੀ ਇਦਾਂ ਹੀ ਮਾਰਿਆ ਉਹ ਟੇਢੀ ਹੋ ਜਾਏ। ਜੇ ਉਹ ਝੁਕ ਵੀ ਜਾਏ, ਕਿਉਂਕਿ ਜਦੋਂ ਡਾਂਗ ਉਦੋਂ ਟੁੱਟਦੀ ਹੈ ਜਦੋਂ ਲਿਫਦੀ ਨਹੀਂ ਹੈ, ਉਹ ਲਿਫ ਕੇ ਕਹਿੰਦੇ ਦੋਹਰੀ ਹੋ ਕੇ ਫਿਰ ਸਿੱਧੀ ਹੋ ਜਾਂਦੀ ਹੈ। ਇਹੋ ਜੀ ਜਿਹੜੀ ਛੜ ਹੈ ਉਸ ਨੇਜੇ ਵਿੱਚ ਉਸ ਨਾਗਣੀ ਦੇ ਪਿਛਲੇ ਪਾਸੇ ਪਾਈ ਹੋਈ ਹੈ।
ਪਰੇ ਬੰਦ ਬੋਚਾਮੀ ਕਰਕੇ ਨਗ ਤਿਨ ਪਰ ਜਰਵਾਏ। ਫਿਰ ਉਸ ਨਾਗਣੀ ਦੇ ਉੱਤੇ ਸੋਨੇ ਦੀਆਂ ਕਢਾਈਆਂ ਕੱਢੀਆਂ ਹੋਈਆਂ, ਸੋਨੇ ਦੇ ਕੜੇ ਪਾਏ ਹੋਏ ਨੇ, ਥੱਲੇ ਜਿਹੜੀ ਸੁੰਮ ਲਾਈ ਉਹਦੇ ਤੇ ਸੋਨੇ ਦੀ ਕਢਾਈ ਕੱਢੀ ਹੋਈ, ਫਿਰ ਉਹਦੇ 'ਚ ਨਗ ਜੜੇ ਹੋਏ ਨੇ ਬੜੇ ਕੀਮਤੀ। ਧਨ 10 ਸਪਤ ਸਹੰਸਰੇ ਲਾਗਿਓ ਬਾਸ਼ਕ ਸਮਦਰ ਸਾਏ। ਇਹ ਜਿਹੜੇ ਦੋਵੇਂ ਨੇਜ਼ੇ ਨੇ ਇਹਨਾਂ ਤੇ ਤਕਰੀਬਨ 17,000 ਰੁਪਇਆ ਖਰਚ ਆਇਆ ਸੀ ਉਹਨਾਂ ਵੇਲਿਆਂ 'ਚ। ਇੱਕ ਨਾਗਣੀ ਕਿਸਮ ਦਾ, ਇੱਕ ਬਰਛਾ ਅੱਗੋਂ ਤਕਰੀਬਨ 2.5-3 ਫੁੱਟ ਲੰਮਾ ਫੜਾ ਹੈ, ਉਹ ਅੱਜ ਵੀ ਤਖਤ ਕੇਸਗੜ੍ਹ ਸਾਹਿਬ ਵਿਖੇ ਸੁਭਾਏਮਾਨ, ਉਹ ਭਾਈ ਉਹਦੇ ਸਿੰਘ ਨੂੰ ਮਹਾਰਾਜ ਜੀ ਨੇ ਬਖਸ਼ਿਆ ਸੀ, ਅੱਗੇ ਕਥਾ ਹੋਵੇਗੀ। ਇਹ ਦੋਵੇਂ ਨੇਜ਼ੇ ਤਕਰੀਬਨ 17,000 ਰੁਪਇਆ ਖਰਚ ਕਰਕੇ ਉਸ ਵੇਲੇ ਤਿਆਰ ਕੀਤੇ ਗਏ ਸਨ। ਏਦਾਂ ਜਾਪਦਾ ਸੀ ਵੀ 2 ਉੱਡਣੇ ਬਾਸ਼ਕ ਨਾਗ ਨੇ, ਬਾਸ਼ਕ ਨਾਗ ਇਹ ਦੋਵੇਂ ਨੇਜ਼ੇ। ਏਦਾਂ ਜਾਪਦਾ ਜਿਵੇਂ ਬਾਸ਼ਕ ਨਾਗ ਹੋਣ, ਜਿਹੜੀ ਡਾਂਗ ਆ ਉਹ ਕਾਲੀ ਕੀਤੀ ਹੋਈ ਸੀ ਤੇਲ ਲਾ ਕੇ, ਉਹਦੇ 'ਚ ਕਲੀ ਪਾਈ ਹੋਈ ਸੀ, ਤੇ ਕਹਿੰਦੇ ਉੱਡਣੇ ਬਾਸ਼ਕ ਨਾਗ ਜਾਪਦੇ ਨੇ, ਬੜੇ ਤਿੱਖੇ। ਸ਼੍ਰੀ ਪ੍ਰਭ ਦੋਨੋਂ ਲਏ ਹੱਥ ਮੈਂ, ਮਹਾਰਾਜ ਜੀ ਨੇ ਦੋਵੇਂ ਨੇਜੇ ਆਪਣੇ ਹੱਥਾਂ 'ਚ ਫੜੇ ਵੀ ਬਚਿੱਤਰ ਸਿੰਘ ਨੂੰ ਕਿਹੜਾ ਦੇਣਾ। ਦੋਵੇਂ ਨੇਜਿਆਂ ਨੂੰ ਮਹਾਰਾਜ ਜੀ ਨੇ ਤੋਲ ਕੇ ਵੇਖਿਆ, ਜੋ ਕੇ ਵੇਖਿਆ ਕਿਹੜਾ ਨੇਜਾ ਜਿਹੜਾ ਹਾਥੀ ਦੇ ਮੱਥੇ ਨੂੰ ਉਸ ਫੁਲਾਦੀ ਤਵੇ ਨੂੰ ਵਿੰਨ ਕੇ ਚੀਰ ਕੇ ਨਿਕਲ ਜਾਵੇ। ਮਹਾਰਾਜ ਜੀ ਆਪਣੇ ਹੱਥਾਂ ਵਿੱਚ ਦੋਹਾਂ ਨੇਜਿਆਂ ਨੂੰ ਪਕੜ ਕੇ ਤੋਲ ਕੇ ਵੇਖਦੇ ਨੇ। ਪਰਖੇ ਤੋਲਨ ਕੀਨਾ, ਤੋਲ ਕੇ ਦੋਨਾਂ ਦਾ ਵਜਨ, ਦੋਨਾਂ ਦਾ ਜੋ, ਕਿ ਕਿਹਦਾ ਜੋ ਜ਼ਿਆਦਾ ਬਣਦਾ ਹੈ, ਕਿਹਨੂੰ ਬੜੇ ਸੋਹਣੇ ਤਰੀਕੇ ਨਾਲ ਫੜਿਆ ਜਾ ਸਕਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਵੇਖਦੇ, ਕਿਉਂਕਿ ਗੁਰਦੇਵ ਆਪ ਸ਼ਸਤਰਾਂ ਦੇ ਬੜੇ ਵੱਡੇ ਪਾਰਖੂ ਹਨ। ਕੁੰਚਰ ਕੇ ਮਸਤਕ ਕੋ ਫੋਰਨ, ਮਹਾਰਾਜ ਜੀ ਵੇਖਦੇ ਨੇ ਕਿਹੜਾ ਬਰਛਾ ਇਹਨਾਂ ਵਿੱਚੋਂ, ਕਿਹੜਾ ਨੇਜ਼ਾ ਜਿਹੜਾ ਹਾਥੀ ਦੇ ਮੱਥੇ ਨੂੰ ਚੀਰ ਕੇ ਨਿਕਲ ਜਾਵੇ। ਇੱਕ ਤਿੰਨ ਮੈਂ ਤੇ ਦੀਨਾ, ਮਹਾਰਾਜ ਜੀ ਨੇ ਜਿਹੜਾ ਉਹ ਨਾਗਣੀ ਕਿਸਮ ਦਾ ਬਰਛਾ ਸੀ ਨਾ, ਬਰਛਿਆਂ ਦੀਆਂ ਕਈ ਕਿਸਮਾਂ ਹੁੰਦੀਆਂ ਨੇ, ਬੰਬਲੀ ਆਲੇ ਬਰਛੇ ਵੀ ਹੁੰਦੇ ਨੇ, ਕਰਪੇ ਉਹ ਜਿਹੜਾ ਭਾਈ ਉਹਦੇ ਸਿੰਘ ਨੂੰ ਦਿੱਤਾ ਉਹ ਕਰਪਾ ਬਰਛਾ ਸੀ। ਇਦਾਂ ਕਈ ਤਰ੍ਹਾਂ ਦੀਆਂ, ਅੱਗੇ ਫਿਰ ਉਹਦੀਆਂ ਛੋਟੀਆਂ ਕਿਸਮਾਂ ਬਰਛੀਆਂ ਬਣ ਜਾਂਦੀਆਂ ਨੇ। ਤੋ ਇਸ ਪ੍ਰਕਾਰ ਨਾਲ ਬੱਲਬ ਵੀ ਇੱਕ ਪ੍ਰਕਾਰ ਦੀ ਬਰਛਿਆਂ ਦੀ ਕਿਸਮ ਹੀ ਹੁੰਦੀ ਹੈ। ਤੋ ਉਸ ਵਕਤ ਮਹਾਰਾਜ ਜੀ ਨੇ ਜਿਹੜਾ ਉਹ ਨਾਗਣੀ ਕਿਸਮ ਦਾ ਬਰਛਾ ਸੀ ਨਾ, ਜਿਹਦਾ ਉਹ ਨਾਗਣੀ ਬਣੀ ਹੋਈ ਹੈ ਅਗਲੇ ਪਾਸੇ, ਉਹ ਬਰਛਾ ਮੇਰੇ ਸਾਹਿਬ ਨੇ ਭਾਈ ਬਚਿੱਤਰ ਸਿੰਘ ਨੂੰ ਦਿੱਤਾ। ਫਲ ਫੁਲਾਦ ਕੀਮਤ ਬੋਤੇ ਕੀ, ਉਹਦਾ ਜਿਹੜਾ ਫਲ ਹੈ ਨਾ ਅੱਗੇ ਲੱਗਾ ਹੋਇਆ ਬਰਛਾ ਨਾਗਣੀ ਦਾ, ਉਹ ਕਹਿੰਦੇ ਫੁਲਾਦ ਦਾ ਬਣਿਆ ਹੋਇਆ, ਬੜੇ ਮਜ਼ਬੂਤ ਲੋਹੇ ਦਾ, ਔਰ ਬੜਾ ਕੀਮਤੀ ਲੋਹਾ ਹੈ। ਲੋਹਾ ਬੀਦਨ ਵਾਰੇ, ਉਹ ਇੰਨਾ ਤਿੱਖਾ ਤੇ ਇੰਨਾ ਬਲ ਵਾਲਾ ਫੁਲਾਦ ਹੈ ਕਿ ਲੋਹੇ ਨੂੰ ਵੀ ਵਿੰਨ ਕੇ ਪਾਰ ਨਿਕਲ ਜਾਏ। ਜਿਹੜਾ ਫੁਲਾਦ ਲੋਹਾ ਬਣਦਾ ਹੈ, ਮੰਨ ਲਓ ਜਿਵੇਂ ਲੋਹਾਰ 100 ਕਿਲੋ ਲੋਹਾ ਲੈ ਲਵੇ, ਉਹਨੂੰ ਕੁੱਟ-ਕੁੱਟ ਕੇ ਉਹਦੀਆਂ ਜਿਹੜੀਆਂ ਉੱਪਰਲੀਆਂ ਪਰਤਾਂ ਕੱਢਦਾ ਕੁੱਟਦਿਆਂ ਜਦੋਂ 5-4 ਕਿਲੋ ਹੀ ਰਹਿ ਜੇ 100 ਕਿਲੋ ਚੋਂ, ਉਹਦਾ ਫੁਲਾਦ ਤਿਆਰ ਹੁੰਦਾ ਹੈ। ਜਿਹੜਾ ਬਿਲਕੁਲ ਹੀ ਪਿਓਰ ਫੁਲਾਦ ਹੁੰਦਾ ਲੋਹੇ ਦਾ, ਉਹ ਤਾਂ ਫਿਰ ਕੱਚ ਜੇ ਵਾਂਗੂ ਹੋ ਜਾਂਦਾ ਹੈ। ਉਹਦੇ ਵਿੱਚ ਥੋੜਾ ਜਿਹਾ ਕੁਝ ਹੋਰ ਲੋਹਾ ਮੇਲ ਕੇ ਉਹ ਦੁੱਪੜ ਫੁਲਾਦ ਬਣਾ ਕੇ ਫਿਰ ਉਹਦੇ ਸ਼ਸਤਰ ਬਣਾਏ ਜਾਂਦੇ ਹਨ। ਤੋ ਕਹਿੰਦੇ ਫੁਲਾਦ ਦਾ ਬਣਿਆ ਹੋਇਆ ਬਰਛਾ ਸੀ, ਬੜਾ ਕੀਮਤੀ ਹੈ, ਲੋਹੇ ਨੂੰ ਵੀ ਚੀਰ ਕੇ ਪਾਰ ਨਿਕਲ ਜਾਏ ਐਸਾ ਨੇਜਾ ਹੈ। ਲੈ ਬਚਿੱਤਰ ਸਿੰਘ ਬੰਧਨ ਕੀਨਸ, ਇਹ ਨੇਜਾ ਇਹ ਨਾਗਣੀ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਤੋਂ ਲੈ ਕੇ ਭਾਈ ਬਚਿੱਤਰ ਸਿੰਘ ਨੇ ਗੁਰੂ ਚਰਨਾਂ 'ਚ ਬੰਦਨਾ ਕੀਤੀ, ਫਿਰ ਉਸ ਨਾਗਣੀ ਨੂੰ ਨਮਸਕਾਰ ਕੀਤੀ। ਤਤ ਛਿਨ ਬਾ ਪਲ ਪਾਰੋ, ਉਹ ਨਾਗਣੀ ਫੜਦੇ ਹੀ ਬਸ ਮਹਾਰਾਜ ਜੀ ਦੀ ਕਲਾ ਵਰਤੀ, ਬਲ ਭਰ ਗਿਆ ਸਰੀਰ ਵਿੱਚ। ਵਿਦਿਆ ਅਧਿਕ ਬਹੁਤ ਸਿਖਰਾਈ, ਜਾਣ ਤੋਂ ਪਹਿਲਾਂ ਮਹਾਰਾਜ ਜੀ ਨੇ ਵਿਦਿਆ ਸਿਖਾਈ ਵੀ ਹਾਥੀ ਦੇ ਉੱਤੇ ਵਾਰ ਕਰਨਾ ਕਿਵੇਂ ਹੈ। ਉਹ ਤਰੀਕਾ ਮਹਾਰਾਜ ਜੀ ਨੇ ਸਿਖਾਇਆ ਭਾਈ ਬਚਿੱਤਰ ਸਿੰਘ ਜੀ ਨੂੰ। ਇਮ ਗਹਿ ਕਰ ਗਜ ਮਾਰੋ, ਦੱਸਿਆ ਵੀ ਏਦਾਂ ਬਰਛਾ ਪਕੜਨਾ, ਏਦਾਂ ਵਾਰ ਕਰਨਾ। ਸਕਲ ਭੇਦ ਕੋ ਜਾਣਿਓ ਤੂਰਨ, ਮਹਾਰਾਜ ਜੀ ਦਾ ਸਾਰਾ ਭੇਦ ਜੋ ਮਹਾਰਾਜ ਜੀ ਨੇ ਸਮਝਾਇਆ, ਉਹ ਭਾਈ ਬਚਿੱਤਰ ਸਿੰਘ ਜੀ ਤੁਰਤ ਫੁਰਤ ਹੀ ਸਮਝ ਗਏ। ਗੁਰ ਕਰੁਣਾ ਔਰ ਤਾਰੋ, ਸਤਿਗੁਰੂ ਜੀ ਤੁਸੀਂ ਆਪਣੀ ਕਿਰਪਾ ਕਰੋ ਮੇਰੇ ਤੇ, ਪਾਤਸ਼ਾਹ ਤੁਹਾਡੀ ਦਇਆ ਚਾਹੀਦੀ ਹੈ, ਤੁਹਾਡੀ ਕਿਰਪਾ ਚਾਹੀਦੀ ਹੈ।
ਕਰੀ ਬਚਿੱਤਰ ਸਿੰਘ ਪੁਨ ਬਿਨਤੀ। ਭਾਈ ਬਚਿੱਤਰ ਸਿੰਘ ਨੇ ਹੱਥ ਜੋੜੇ ਤੇ ਕਲਗੀਧਰ ਪਾਤਸ਼ਾਹ ਨੂੰ ਬੇਨਤੀ ਕੀਤੀ, ਹਾਰ ਜੀਤ ਨੇ ਜਾਨੋ। ਮਹਾਰਾਜ ਜੰਗ ਦੇ ਵਿੱਚ ਚੱਲਿਆ ਹਾਂ ਹਾਥੀ ਨਾਲ ਲੜਨ, ਮੈਂ ਨਹੀਂ ਜਾਣਦਾ ਉੱਥੇ ਹਾਰ ਹੋਣੀ ਹੈ ਕਿ ਜਿੱਤ ਹੋਣੀ ਹੈ। ਮੈਨੂੰ ਹਾਰ ਜਿੱਤ ਨਾਲ ਕੋਈ ਮਹਾਰਾਜ ਜੀ ਕਿਸੇ ਪ੍ਰਕਾਰ ਦਾ ਕੋਈ ਲੈਣਾ ਦੇਣਾ ਨਹੀਂ। ਜਿਤ ਪ੍ਰੇਰੋ ਤਿਤ ਗਮਨੋ। ਮੈਨੂੰ ਤਾਂ ਮਹਾਰਾਜ ਜਿੱਧਰ ਪ੍ਰੇਰੋਗੇ ਮੈਂ ਉੱਧਰ ਜਾਵਾਂਗਾ। ਮੈਨੂੰ ਨਹੀਂ ਪਤਾ ਵੀ ਉੱਥੇ ਹਾਰ ਹੋਣੀ ਕਿ ਜਿੱਤ ਹੋਣੀ ਹੈ, ਮੈਂ ਨਹੀਂ ਜਾਣਦਾ। ਜਿੱਧਰ ਜਾਣ ਨੂੰ ਪ੍ਰੇਰੋਗੇ ਕਹੋਗੇ ਮੈਂ ਤਾਂ ਸਤ ਬਚਨ ਕਹਿ ਕੇ ਉਸ ਪਾਸੇ ਜਾਵਾਂਗਾ। ਬੁੱਧ ਅਰ ਬਲ ਸਭ ਠਾਨੋ। ਔਰ ਤੁਹਾਡੀ ਦਿੱਤੀ ਬੁੱਧੀ ਤੇ ਬਲ ਪੂਰਾ ਲਾਵਾਂਗਾ। ਮੋਏ ਮਰਨ ਕੀ ਚਿੰਤ ਨ ਕੋਈ। ਔਰ ਜੰਗ ਦੇ ਮੈਦਾਨ ਵਿੱਚ ਮੈਨੂੰ ਮਰਨ ਦਾ ਵੀ ਕੋਈ ਫਿਕਰ ਨਹੀਂ, ਮੌਤ ਦੀ ਵੀ ਕੋਈ ਚਿੰਤਾ ਨਹੀਂ। ਤੁਮੇ ਦਾਸ ਕੀ ਲਾਜਾ। ਮਹਾਰਾਜ ਮੈਂ ਤੁਹਾਡਾ ਦਾਸ ਹਾਂ ਔਰ ਆਪਣੇ ਦਾਸ ਦੀ ਲਾਜ ਤੁਹਾਨੂੰ ਹੈ। ਤੁਹਾਡਾ ਦਾਸ ਹਾਂ ਔਰ ਆਪਣੇ ਇਸ ਦਾਸ ਦੀ ਲਾਜ ਤੁਹਾਨੂੰ ਹੈ। ਖਰੋ ਹੋਨ ਮਿਸ ਮੇਰੋ ਇੱਕ ਹੈ। ਕਹਿੰਦੇ ਮਹਾਰਾਜ ਮੇਰਾ ਤਾਂ ਉੱਥੇ ਕੇਵਲ ਖੜੇ ਹੋਣ ਦਾ ਬਹਾਨਾ ਹੀ ਹੋਣਾ ਵੀ ਬਚਿੱਤਰ ਸਿੰਘ ਹਾਥੀ ਦੇ ਸਾਹਮਣੇ ਖੜਾ ਨੇਜਾ ਲੈ ਕੇ। ਮੇਰਾ ਤਾਂ ਮਹਾਰਾਜ ਜੀ ਇੱਕ ਬਹਾਨਾ ਹੀ ਹੋਣਾ ਉੱਥੇ ਖੜੇ ਹੋਣ ਦਾ। ਆਪ ਕਰੋ ਨਿਜ ਕਾਜਾ। ਅਸਲ ਵਿੱਚ ਇਹ ਕਾਰਜ ਤਾਂ ਤੁਸੀਂ ਖੁਦ ਉੱਥੇ ਆਪ ਕਰਨਾ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਮਹਾਰਾਜ ਮੈਂ ਤਾਂ ਇੱਕ ਬਹਾਨਾ ਹੀ ਹੋਣਾ ਉੱਥੇ ਖੜੇ ਹੋਏ ਨੇ ਨਜ਼ਰ ਆਉਣਾ ਵੀ ਬਚਿੱਤਰ ਸਿੰਘ ਖੜਾ ਹੈ, ਪਰ ਅਸਲ ਵਿੱਚ ਇਹ ਕਾਰਜ ਗੁਰੂ ਕਲਗੀਧਰ ਸੁਆਮੀ ਤੁਹਾਡਾ ਤੇ ਤੁਸੀਂ ਖੁਦ ਆਪ ਕਰਨਾ ਹੈ। ਦਾਸ ਉਚਿਤ ਆਇਸ ਕੋ ਮੰਨਨ। ਮੈਂ ਦਾਸ ਹਾਂ ਆਪ ਜੀ ਦਾ, ਮੇਰੇ ਲਈ ਉਚਿਤ ਹੈ ਆਪ ਜੀ ਦੀ ਆਗਿਆ ਨੂੰ, ਆਪ ਜੀ ਦੇ ਹੁਕਮ ਨੂੰ ਮੰਨਣਾ। ਤੁਮ ਪੂਰਨ ਨਿਰਭਾਉ। ਮਹਾਰਾਜ ਆਪ ਜੀ ਕਿਰਪਾ ਕਰੋ ਆਪਣੇ ਸੇਵਕ ਦੀ ਓੜਕ ਤਾਈਂ ਅੰਤ ਤਾਈਂ ਨਿਭਾ ਲਿਓ। ਮੇਰੀ ਇਹੀ ਇੱਛਾ ਹੈ ਕਿ ਓੜਕ ਤਾਈਂ ਅੰਤ ਤਾਈਂ ਮੇਰੀ ਆਪਣੇ ਚਰਨਾਂ ਨਾਲ ਨਿਭਾ ਲਿਓ। ਮੇਰੇ ਸੁਆਮੀ ਸੇਵਕ ਕੀ ਓੜਕ ਨਿਭੀ ਪ੍ਰੀਤ, ਜੀਵਤ ਸਾਹਿਬ ਸੇਵਿਓ ਆਪਣਾ। ਚਲ ਤੇ ਰਾਖਿਓ ਚੀਤ ਵਾਲੀਆਂ ਬਰਕਤਾਂ ਦੇ ਕੇ ਨਵਾਜਿਓ ਬਾਜਾਂ ਵਾਲੇ ਸੁਆਮੀ ਜੀ। ਜਗ ਮੈਂ ਸੋ ਜਸ ਪਰਲੋਕ ਮਹਾ ਸੁਖ। ਸਾਰੇ ਜਗਤ ਦੇ ਵਿੱਚ ਜਿਹੜਾ ਜਸ ਮਿਲਣਾ ਤੇ ਅੱਗੇ ਪਰਲੋਕ ਵਿੱਚ ਜਿਹੜਾ ਸੁਖ ਪ੍ਰਾਪਤ ਹੋਣਾ ਮਹਾਰਾਜ ਉਹ ਤੁਹਾਡੇ ਤਰਸ ਨਾਲ ਤੁਹਾਡੀ ਕਿਰਪਾ ਨਾਲ ਹੋਣਾ। ਮਨ ਜਾਣਿਓ ਇਸ ਮਾਈ। ਮੈਂ ਆਪਣੇ ਮਨ ਵਿੱਚ ਇਸ ਤਰ੍ਹਾਂ ਜਾਣਿਆ ਹੈ ਜਿਮ ਸ਼੍ਰੀ ਕ੍ਰਿਸ਼ਨ ਭੀਮ ਕੋ ਬਲ ਦੇ। ਜਿਵੇਂ ਭਗਵਾਨ ਕ੍ਰਿਸ਼ਨ ਜੀ ਨੇ ਭੀਮ ਨੂੰ ਬਲ ਦਿੱਤਾ। ਜਰਾ ਸੰਧ ਮਰਵਾਇਓ। ਜਰਾ ਸਿੰਧ ਨੂੰ ਮਰਵਾਇਆ ਸੀ, ਨਹੀਂ ਤਾਂ ਕ੍ਰਿਸ਼ਨ ਜੀ ਆਪ ਵੀ ਮਾਰ ਸਕਦੇ ਸੀ। ਉਹਨਾਂ ਨੇ ਭੀਮ ਨੂੰ ਬਲ ਦਿੱਤਾ ਤੇ ਭੀਮ ਨੂੰ ਬਲ ਦੇ ਕੇ ਜਰਾ ਸਿੰਧ ਮਰਵਾਇਆ। ਰਾਮਚੰਦਰ ਸੁਗਰੀਵ ਓਜਦੇ। ਰਾਮਚੰਦਰ ਜੀ ਨੇ ਸੁਗਰੀਵ ਨੂੰ ਬਲ ਦਿੱਤਾ। ਬਾਲੀ ਕੋ ਹਤਵਾਇਓ। ਔਰ ਬਾਲੀ ਦਾ ਨਾਸ਼ ਹੋਇਆ। ਤਥਾ ਕਿਰਪਾ ਕਰ ਮੁਝ ਤੇ ਕਾਰਜ ਆਪ ਬਨਾਵਨ ਚਾਓ। ਇਸੇ ਤਰ੍ਹਾਂ ਮਹਾਰਾਜ ਆਪ ਜੀ ਨੇ ਕਿਰਪਾ ਕੀਤੀ ਹੈ, ਦਇਆ ਕੀਤੀ ਹੈ। ਆਪ ਜੀ ਨੇ ਤਰਸ ਕਰਕੇ ਮੇਰੇ ਪਾਸੋਂ ਇਹ ਕਾਰਜ ਬਣਵਾਇਆ ਹੈ। ਪੋਏ ਚੜੀ ਕਮਾਨ ਮਨਿੰਦੇ ਮੂਛਨ ਪਰ ਕਰ ਫੇਰਾ। ਮਹਾਰਾਜ ਸੱਚੇ ਪਾਤਸ਼ਾਹ ਨੇ ਸਿਰ ਤੇ ਹੱਥ ਧਰਿਆ। ਭਾਈ ਬਚਿੱਤਰ ਸਿੰਘ ਦੇ ਜਦੋਂ ਸਿਰ ਤੇ ਹੱਥ ਧਰਿਆ ਇੰਨਾ ਬਲ ਆ ਗਿਆ ਸਰੀਰ ਵਿੱਚ। ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਨਾਲ ਸਤਿਗੁਰਾਂ ਦੇ ਤਰਸ ਨਾਲ ਉਸ ਬਲ ਸਹਿਤ ਬਲਵਾਨ ਹੋਏ ਭਾਈ ਬਚਿੱਤਰ ਸਿੰਘ ਜੀ ਦੀਆਂ ਭੌਹਾਂ ਚੜ ਗਈਆਂ, ਮੁਛਹਿਰੇ ਚੜ ਗਏ, ਨੇਤਰ ਲਾਲ ਸੁਰਖ ਹੋ ਗਏ। ਖੜਗ ਸਿਪਰ ਤੇ ਕਮਰ ਕਸੀਦੜ ਬਰਛਾ ਕਰ ਮੈਂ ਫੇਰਾ। ਗਾਤਰੇ ਪਾਈ ਕਿਰਪਾਨ ਦੇ ਉੱਤੇ ਕਮਰ ਕੱਸਾ ਲਾ ਕੇ ਕਮਰ ਕੱਸੇ 'ਚ ਕੱਸ ਲਈ ਤੇ ਮੋਢਿਆਂ ਦੇ ਉੱਤੇ ਜਿਹੜੀ ਢਾਲ ਸੀ ਉਹਨੂੰ ਵੀ ਕੱਸ ਲਿਆ ਔਰ ਹੱਥ ਦੇ ਵਿੱਚ ਗੁਰੂ ਸਾਹਿਬ ਜੀ ਵੱਲੋਂ ਬਖਸ਼ੀ ਹੋਈ ਨਾਗਣੀ ਬਰਛਾ ਉਹ ਪਕੜ ਕੇ ਭਾਈ ਬਚਿੱਤਰ ਸਿੰਘ ਜੀ ਉਹਨੂੰ ਫੇਰਦੇ ਨੇ ਆਪਣੇ ਹੱਥਾਂ ਵਿੱਚ। ਉਹਨੂੰ ਜੋ ਕਿ ਵੇਖਦੇ ਨੇ ਉਹਦਾ ਆਪਣੇ ਹੱਥ ਦੇ ਵਿੱਚ ਪੂਰਾ ਤਾਣ ਵੇਖਦੇ ਹਨ। ਬਖਸ਼ਿਓ ਬਲ ਵਿਸਾਲ ਕਲਗੀਧਰ। ਕਲਗੀਧਰ ਪਾਤਸ਼ਾਹ ਨੇ ਭਾਰੀ ਵਿਸ਼ਾਲ ਤਾਣ ਬਲ ਭਾਈ ਬਚਿੱਤਰ ਸਿੰਘ ਜੀ ਨੂੰ ਬਖਸ਼ਿਆ ਹੈ। ਵੱਧ ਗਏ ਉਹ ਮਨ ਉਤਸਾਹੂ। ਜਦੋਂ ਗੁਰਦੇਵ ਨੇ ਬਲ ਬਖਸ਼ਿਆ
ਭਾਈ ਬਚਿੱਤਰ ਸਿੰਘ ਅੰਦਰ ਉਤਸ਼ਾਹ ਹੋਰ ਵੱਧ ਗਿਆ। ਪਹਿਲਾਂ ਹੀ ਉਤਸ਼ਾਹਤ ਸਨ, ਹੋਰ ਉਤਸ਼ਾਹ ਵੱਧ ਗਿਆ, ਹੋਰ ਬਲ ਤੇ ਤਾਣ ਵੱਧ ਗਿਆ। ਕੁੰਚਰ ਕੋ ਪਪੀਲ ਕਾ ਜਾਨਤ, ਮਹਾਰਾਜ ਜੀ ਦੀ ਦਇਆ ਦ੍ਰਿਸ਼ਟੀ ਨਾਲ ਹੁਣ ਜਿਹੜਾ ਹਾਥੀ ਹੈ ਨਾ, ਉਹ ਭਾਈ ਬਚਿੱਤਰ ਸਿੰਘ ਨੂੰ ਕੀੜੀ ਦੇ ਸਮਾਨ ਨਜ਼ਰ ਆ ਰਿਹਾ ਵੀ ਕੀੜੀ ਹੈ। ਹਾਥੀ ਕਾਹਦਾ? ਪਾਤਸ਼ਾਹ ਦੇ ਬਲ ਨਾਲ ਗੁਰਦੇਵ ਦੀ ਇੰਨਾ ਉਤਸ਼ਾਹ ਵਧਿਆ ਕਿ ਉਹ ਹਾਥੀ ਭਾਈ ਬਚਿੱਤਰ ਸਿੰਘ ਨੂੰ ਕੀੜੀ ਦੇ ਮਾਨੰਦ ਨਜ਼ਰ ਆ ਰਿਹਾ ਹੈ। ਹਤੋਂ ਤੁਰਤ ਰਣ ਮਾਉ, ਤੁਰਤ ਫੁਰਤ ਹੀ ਰਣ ਮੈਦਾਨ ਵਿੱਚ ਉਸ ਹਾਥੀ ਨੂੰ ਮੈਂ ਮਾਰ ਮੁਕਾਵਾਂਗਾ। ਵਧਿਓ ਪ੍ਰਮੋਦ ਪਇਓ ਤਬ ਗਦ ਗਦ, ਬੜਾ ਭਾਰੀ ਪ੍ਰਮੋਦ ਹਿਰਦੇ 'ਚ ਵਧਿਆ, ਹਿਰਦਾ ਗਦ ਗਦ ਹੋ ਉੱਠਿਆ ਭਾਈ ਬਚਿੱਤਰ ਸਿੰਘ ਦਾ। ਪਰਿਓ ਚਰਨ ਗੋਰੇ ਆਗੇ, ਮਹਾਰਾਜ ਜੀ ਦੇ ਚਰਨਾਂ ਦੇ ਅੱਗੇ ਲੱਗ ਗਏ। ਭਾਈ ਬਚਿੱਤਰ ਸਿੰਘ ਨੇ ਮੱਥਾ ਟੇਕਿਆ। ਦੇ ਥਾਪੀ ਤਤਕਾਲ ਉਠਾਇਓ, ਥਾਪੀ ਦੇ ਕੇ ਮਹਾਰਾਜ ਜੀ ਨੇ ਭਾਈ ਬਚਿੱਤਰ ਸਿੰਘ ਨੂੰ ਉਠਾਇਆ। ਕਰੋ ਜੁਧ ਅਨੁਰਾਗੇ, ਜਾਓ ਭਾਈ ਬਚਿੱਤਰ ਸਿੰਘ ਜੀ, ਅਨੁਰਾਗ ਨਾਲ ਯੁੱਧ ਕਰੋ, ਜੰਗ ਦੇ ਮੈਦਾਨ ਵਿੱਚ ਜਾ ਕੇ ਲੜੋ। ਥਾਪੀ ਦੇ ਕੇ ਉਠਾਉਂਦਿਆਂ ਕਹਿੰਦੇ ਨਿਹੱਤੇ ਪੰਜ ਜਵਾਨ ਮੈਂ ਗੁਰ ਥਾਪੀ ਦਿੱਤੀ ਕੰਡ ਜੀਓ। ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਥਾਪੀ ਜਦੋਂ ਮਿਲੀ, ਭਾਈ ਬਚਿੱਤਰ ਸਿੰਘ ਜੀ ਉੱਠੇ। ਮਹਾਰਾਜ ਜੀ ਨੇ ਆਪ ਮੋਢੇ ਤੋਂ ਪਕੜ ਕੇ ਉਠਾ ਕੇ ਬਲ ਦਿੱਤਾ। ਚਤਰ ਪ੍ਰਦਛਨਾ ਦੇ ਪ੍ਰਭ ਕੇਰੀ, ਭਾਈ ਬਚਿੱਤਰ ਸਿੰਘ ਨੇ ਬਾਜਾਂ ਵਾਲੇ ਸਾਹਿਬ ਦੀਆਂ 4 ਪਰਕਰਮਾਂ ਕੀਤੀਆਂ। ਸਭ ਸੋਂ ਫਤਿਹ ਬੁਲਾਈ, ਪਰਕਰਮਾ ਕਰਕੇ ਜਿੰਨੀ ਫੌਜ ਉੱਥੇ ਬੈਠੀ ਸੀ ਸਿੰਘ ਸਭ ਨੂੰ ਗੱਜ ਕੇ ਫਤਿਹ ਬੁਲਾਈ। ਗੱਜ ਕੇ ਫਤਿਹ ਬੁਲਾਉਂਦੇ ਆਖਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਿਖਤ ਖਾਲਸਾ ਚਲਿਓ ਅਗਰ ਕੋ, ਖਾਲਸੇ ਦੇ ਵੇਖਦਿਆਂ ਵੇਖਦਿਆਂ ਭਾਈ ਬਚਿੱਤਰ ਸਿੰਘ ਜੀ ਅੱਗੇ ਨੂੰ ਬਾਹਰ ਨੂੰ ਚੱਲੇ। ਅਸ ਪਰ ਦ੍ਰਿਸ਼ਟ ਚਲਾਈ, ਬਾਹਰ ਭਾਈ ਬਚਿੱਤਰ ਸਿੰਘ ਦਾ ਬੜਾ ਬਲੀ ਘੋੜਾ ਸੀ, ਉਸ ਘੋੜੇ ਵੱਲ ਵੇਖਿਆ। ਕਰ ਬੰਧਨ ਪਗ ਪਇਓ ਅਰੂਡਨ, ਘੋੜੇ ਨੂੰ ਪ੍ਰਣਾਮ ਕਰਕੇ ਘੋੜੇ ਦੇ ਚਾਰੇ ਪਾਸੇ ਪਰਕਰਮਾ ਕਰਕੇ ਸਵਾਰ ਹੋਏ ਕਲਗੀਧਰ ਦਾ ਨਾਂ ਲੈ ਕੇ। ਬਰਛਾ ਹਾਥੇ ਹੁਲਾਰਾ, ਪਲਾਕੀ ਮਾਰ ਕੇ ਘੋੜੇ ਤੇ ਬਹਿ ਗਏ। ਬਰਛਾ ਹੱਥ ਵਿੱਚ ਪਕੜ ਕੇ ਉਹਨੂੰ ਹੁਲਾਰਿਆ, ਉਸ ਬਰਛੇ ਨੂੰ ਘੋੜੇ ਤੇ ਬਹਿ ਕੇ ਫੇਰਿਆ। ਦੂਸਰ ਕਰ ਮੈਂ ਬਾਗ ਤੁਰੰਗ ਕੀ, ਇੱਕ ਹੱਥ ਵਿੱਚ ਸੱਜੇ 'ਚ ਉਹ ਨਾਗਣੀ ਬਰਛਾ ਫੜਿਆ ਹੋਇਆ ਤੇ ਦੂਜੇ ਹੱਥ ਦੇ ਵਿੱਚ ਘੋੜੇ ਦੀ ਵਾਗ ਫੜੀ ਆ ਭਾਈ ਬਚਿੱਤਰ ਸਿੰਘ ਨੇ। ਲੈ ਗੁਰ ਨਾਮ ਪਧਾਰਾ, ਵਾਹਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਦਾ ਨਾਮ ਲੈ ਕੇ, ਬਾਜਾਂ ਵਾਲੇ ਸਾਹਿਬ ਦਾ ਨਾਮ ਲੈ ਕੇ ਭਾਈ ਬਚਿੱਤਰ ਸਿੰਘ ਜੀ ਚੱਲ ਪਏ। ਉਤੋ ਦਮਾ ਦਮ ਅਧਿਕ ਉਚੇਰੋ, ਜਿੱਥੇ ਸਤਿਗੁਰੂ ਜੀ ਬੈਠੇ ਸੀ ਉੱਚਾ ਦਮਦਮਾ ਸੀ, ਜਿੱਥੋਂ ਮਹਾਰਾਜ ਜੀ ਦੀ ਨਿਗਾਹ ਜੰਗ ਦੇ ਮੈਦਾਨ ਵੱਲ ਪੈਂਦੀ ਸੀ। ਇਸ ਪਰ ਗੁਰੂ ਅਰੂੜੇ, ਉਹਦੇ ਤੇ ਸਤਿਗੁਰੂ ਜੀ ਉੱਚੇ ਟਿੱਬੇ ਤੇ ਸਵਾਰ ਹੋ ਗਏ। ਬਿਕਨ ਤਮਾਸ਼ਾ ਜੰਗ ਕਰਨ ਕੋ, ਜੰਗ ਦੇ ਮੈਦਾਨ ਵਿੱਚ ਜੰਗ ਦਾ ਤਮਾਸ਼ਾ ਵੇਖਣ ਲਈ ਖਲੋ ਗਏ ਕਲਗੀਧਰ ਜੀ ਸੁੱਚੇ ਦਮਦਮੇ ਤੇ। ਧੋਵਨ ਗਜ ਕੋ ਕੂੜੇ, ਉਧਰੋਂ ਝੂਠੇ ਪਹਾੜੀਏ ਹਾਥੀ ਢੋ ਕੇ ਲੈ ਕੇ ਆਉਂਦੇ ਆ। ਆਲੇ ਦੁਆਲੇ 15-20 ਬਰਛਿਆਂ ਵਾਲੇ ਲਾਏ ਹੋਏ, ਜਿਹੜੇ ਹਾਥੀ ਨੂੰ ਪ੍ਰੇਰ ਕੇ ਅੱਗੇ ਟੋਰਦੇ ਨੇ। ਉਹਦੇ ਸਿੰਘ ਆਲਮ ਸਿੰਘ ਆਦਿਕ, ਇਧਰ ਭਾਈ ਉਹਦੇ ਸਿੰਘ, ਭਾਈ ਆਲਮ ਸਿੰਘ ਆਦਿਕ, ਜਿੰਨੇ ਮਹਾਰਾਜ ਜੀ ਦੇ ਸਿੰਘ ਹਨ। ਸਭ ਪ੍ਰਭ ਕੇ ਟਿਗ ਬੈਸੇ, ਸਾਰੇ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੇ ਕੋਲ ਬੈਠੇ ਹਨ। ਕਰੇ ਕਿਰਪਾ ਜਿਮ ਬਾਕ ਬਖਾਨੇ, ਕਿਰਪਾ ਕਰਕੇ ਜਿਵੇਂ ਸਤਿਗੁਰੂ ਜੀ ਬਚਨ ਕਰਦੇ ਹਨ ਸਨਮਾਨਤ ਤੈਸੇ, ਸਾਰੇ ਸਿੰਘ ਮਹਾਰਾਜ ਜੀ ਦੇ ਬਚਨਾਂ ਦਾ ਸਨਮਾਨ ਤੇ ਆਦਰ ਕਰਦੇ ਹਨ। ਦ੍ਰਿਸ਼ਟ ਲੋਹਗੜ ਦਿਸ਼ ਕੋ ਪ੍ਰੇਰੀ, ਸਭ ਦੀ ਨਿਗਾਹ ਲੋਹਗੜ ਕਿਲੇ ਵੱਲ ਪਈ। ਕਲਗੀਧਰ ਜੀ ਵੀ ਵੇਖ ਰਹੇ ਨੇ। ਫੇਰ ਸ਼ਤਰੂ ਸਮੁਦਾਏ, ਵੇਖਿਆ ਦੁਸ਼ਮਣਾਂ ਦਾ ਬੜਾ ਵੱਡਾ ਸਮੁਦਾਇ ਆ ਰਿਹਾ ਹੈ। ਵੱਡੇ ਢੋਲ ਦੁੰਦ ਪ੍ਰਣ ਸਿੰਘੇ, ਵੱਡੇ ਢੋਲ ਤੇ ਰਣ ਸਿੰਘੇ ਵੱਜਦੇ ਆ ਰਹੇ ਨੇ। ਨਾਦ ਵਿਸਾਲ ਉਠਾਏ, ਇਹਨਾਂ ਦੀ ਭਿਆਨਕ ਆਵਾਜ਼ ਆਕਾਸ਼ ਵਿੱਚ ਗੂੰਜ ਰਹੀ ਹੈ। ਗਜ ਸ਼ਿੰਗਾਰ ਕੀਓ ਬੋ ਗਾਡੋ,
ਹਾਥੀ ਪੂਰਾ ਸ਼ਿੰਗਾਰਿਆ ਹੋਇਆ ਸ਼ਸਤਰਾਂ ਦੇ ਨਾਲ, ਲੋਹੇ ਦੇ ਤਵਿਆਂ ਨਾਲ ਮੜਿਆ ਹੋਇਆ, ਲੋਹੇ ਸੰਗ ਅਛਾਦਾ, ਸਾਰਾ ਸਰੀਰ ਹਾਥੀ ਦਾ ਲੋਹੇ ਨਾਲ ਢੱਕਿਆ ਹੋਇਆ। ਕਿਤੇ ਉਤ ਸੋਂਡਾ ਫੇਰਨ ਕਰਤੋ, ਹਾਥੀ ਦੀ ਸੁੰਡ ਨਾਲ ਸੈਫ ਤਲਵਾਰ ਬੱਧੀ ਹੋਈ ਹੈ, ਉਹਨੂੰ ਇੱਧਰ ਉੱਧਰ ਫੇਰਦਾ ਹਾਥੀ ਸੱਜੇ ਖੱਬੇ। ਚਮਕ ਸੈਫ ਪਟ ਬਾਦਾ, ਜਦੋਂ ਸੁੰਡ ਫੇਰਦਾ ਤੇ ਉਹਦੀ ਜਿਹੜੀ ਸੈਫ ਬੱਧੀ ਹੋਈ ਆ ਸੁੰਡ ਨਾਲ ਤਲਵਾਰ, ਉਹ ਚਮਕਦੀ ਹੈ। 1 ਲੱਖ ਗਿਣਤੀ ਕੋ ਜੋਦਾ, ਜਿਹੜੀ ਫੌਜ ਆਈ ਹੈ ਪਹਾੜੀਆਂ ਦੀ ਇਸ ਵੇਲੇ ਅੱਜ ਚੜ ਕੇ ਸੁਣੋ ਕਿੰਨੀ ਗਿਣਤੀ, 1 ਲੱਖ ਤੇ ਪੁਨ 57,000, 1,57,000 ਇਕੱਠੀ ਫੌਜ ਜਿਹੜੀ ਹੈ ਚੜ ਕੇ ਅੱਜ ਕਿਲੇ ਲੋਹਗੜ੍ਹ ਤੇ ਆਈ ਹੈ। ਸੰਗ ਕੇਸਰੀ ਚੰਦ ਸੋ ਲੈ ਕੇ, 1,57,000 ਫੌਜ ਦਾ ਕਮਾਂਡਰ ਬਣ ਕੇ ਆਇਆ ਰਾਜਾ ਕੇਸਰੀ ਚੰਦ। ਵੇਲਾ ਕਾਲਨ ਤਿਆਰਾ, ਹੱਲਾ ਕਰਨ ਲਈ ਪੂਰਾ ਤਿਆਰ ਹੋਇਆ। ਬੜਾ ਗਰੂਰ ਕੇਸਰੀ ਚੰਦ ਦੇ ਮਨ 'ਚ ਆਪਣੀ ਫੌਜ ਨੂੰ ਵੇਖ ਕੇ। ਸੁਥਰੀ ਤੌਂਸ ਦੀਰਗਾ ਭੇਰੇ, ਸੁਥਰੀਆਂ ਤੌਂਸੇ ਨਗਾਰੇ ਵੱਡੇ ਵੱਜੇ ਨੇ, ਭੇਰੀਆਂ ਵੱਜੀਆਂ ਨੇ, ਡਫ ਗਨ ਢੋਲ ਸਮੂਹ, ਡੱਫ ਵੱਜੇ ਨੇ, ਢੋਲ ਵੱਜੇ ਹਨ, ਪਟੇ ਬਾਂਸਰੀ ਬਜੀ ਨਫੀ, ਪਟ ਹੈ ਬਾਂਸਰੀਆਂ ਨਫੀਰੀਆਂ ਵੱਜੀਆਂ ਹਨ, ਪਟ ਉਮੜੇ ਹਿਤੂ, ਔਰ ਬੜੇ ਚਾਨਣ ਸੂਰਮੇ ਉਮੜ ਕੇ ਆ ਰਹੇ ਨੇ। ਮਾਰ ਮਾਰ ਕੇ ਰੋਰ ਪਰਿਓ ਬੱਡ, ਮਾਰ ਲੋ ਦਾ ਰੌਲਾ ਸੁਣਾਈ ਦਿੰਦਾ ਹੈ। ਤੋਮਰ ਲਏ ਹਜ਼ਾਰਾਂ, ਹਜ਼ਾਰਾਂ ਬਰਛੀਆਂ ਬਰਛੇ ਉਹਨਾਂ ਦੇ ਹੱਥਾਂ 'ਚ ਚਮਕਦੇ ਨੇ, ਸ਼ਸਤਰ ਚਮਕਦੇ ਨੇ, ਖੜਗ ਸਿਪਰ ਲੈ ਫਾਂਦਨ ਕਰਤੇ, ਤਲਵਾਰਾਂ ਢਾਲਾਂ ਲੈ ਕੇ ਵੱਧਦੇ ਆਉਂਦੇ ਨੇ, ਤੜ ਪੜ ਤੁਪਕ ਉਧਾਰਾ, ਬੰਦੂਕਾਂ ਦੀ ਤੜਫੜ ਕਰਕੇ ਗੋਲੀਆਂ ਦੀ ਸੁਣਾਈ ਦਿੰਦੀ ਹੈ ਆਵਾਜ਼। ਰੰਗ ਕੇਸਰੀ ਚੰਦ ਰਾਜਾ ਕੇਸਰੀ ਚੰਦ ਆਪਣਾ ਘੋੜਾ ਫੰਦਾ ਕੇ ਅੱਗੇ ਆਇਆ, ਸਭ ਤੇ ਆਗੂ ਹੋਏ ਕੈ, ਇਹ ਸਾਰਿਆਂ ਦਾ ਲਾੜਾ ਬਣ ਕੇ ਆਇਆ ਅੱਗੇ ਵੱਧ ਕੇ। ਆਜ ਲੋਹਗੜ੍ਹ ਤੋੜੋਂ ਭਿੜ ਕੇ, ਕਹਿੰਦਾ ਅੱਜ ਲੋਹਗੜ੍ਹ ਕਿਲਾ ਮੈਂ ਤੋੜ ਦਿਆਂਗਾ ਭਿੜ ਕੇ। ਸ਼ਪਤ ਹਿਰਦੇ ਸਿਮਰ ਕੈ, ਜਿਹੜੀ ਕਸਮ ਇਹਨੇ ਖਾਧੀ ਸੀ ਆਪਣੇ ਨਾਲ ਦੇ ਸਾਥੀਆਂ 'ਚ ਬਹਿ ਕੇ, ਉਸ ਕਸਮ ਨੂੰ ਯਾਦ ਕਰਦਾ। ਆਲਮ ਸਿੰਘ ਬਿਲੋਕਤ ਬੋਲਿਓ, ਭਾਈ ਆਲਮ ਸਿੰਘ ਦੀ ਨਿਗਾਹ ਪਈ ਕੇਸਰੀ ਚੰਦ ਨੂੰ ਪਛਾਣਿਆ ਤੇ ਭਾਈ ਆਲਮ ਸਿੰਘ ਨੱਚਣਾ ਬੋਲਿਆ, ਪ੍ਰਭ ਜੀ ਇਹ ਜਸਵਾਰੀ, ਮਹਾਰਾਜ ਉਹ ਜਿਹੜਾ ਰਾਜਾ ਅੱਗੇ ਆ ਰਿਹਾ ਇਹ ਕੇਸਰੀ ਚੰਦ ਜਸਵਾਲੀਆ ਹੈ। ਮਹਾ ਸ਼ਤਰੂ ਹੰਕਾਰ ਬਡੇਰਾ, ਮਹਾਰਾਜ ਇਹਦਾ ਹਾਥੀ ਆ ਜਿਹਨੂੰ ਇਹ ਪ੍ਰੇਰ ਕੇ ਲਿਆ ਰਿਹਾ, ਮਹਾ ਸ਼ਤਰੂ ਹੰਕਾਰੀ ਆ ਬੜਾ ਵੱਡਾ। ਸਭ ਮੈਂ ਸ਼ਪਤ ਉਚਾਰੀ, ਇਹਨੇ ਅੱਜ ਕਸਮ ਖਾਧੀ ਆ ਵੀ ਅੱਜ ਸ਼ਾਮ ਤਾਈਂ ਮੈਂ ਲੋਹਗੜ੍ਹ ਕਿਲਾ ਤੋੜਨਾ। ਆਜ ਜੰਗ ਮੈਂ ਇਸ ਹੈ ਸੰਘਾਰ, ਮਹਾਰਾਜ ਜੇ ਅੱਜ ਜੰਗ ਦੇ ਮੈਦਾਨ ਵਿੱਚ ਇਸ ਪਾਪੀ ਕੇਸਰੀ ਚੰਦ ਨੂੰ ਮਾਰ ਦਈਏ ਹਾਥੀ ਦੇ ਨਾਲ, ਸੈਲਿੰਦਰਨ ਹੱਥ ਤੀਰੰਗ, ਤੇ ਬਾਕੀ ਦੇ ਪਹਾੜੀ ਰਾਜੇ ਆਪੇ ਹੀ ਮਰ ਜਾਣਗੇ ਇਹਦੇ ਮਰਿਆਂ, ਬਾਕੀਆਂ ਦਾ ਆਪੇ ਹੀ ਧੀਰਜ ਟੁੱਟ ਜਾਣਾ। ਕਰੋ ਖਾਲਸੇ ਪਰ ਨਿਜ ਕਰੁਣਾ, ਮਹਾਰਾਜ ਆਪਣੇ ਖਾਲਸੇ ਤੇ ਕਿਰਪਾ ਕਰੋ, ਦ੍ਰਿਸ਼ਟੀ ਕਰੋ। ਇਤ ਤੇ ਭੇਜੋ ਬੀਰੰਗ, ਤੇ ਜਿਵੇਂ ਬਚਿੱਤਰ ਸਿੰਘ ਨੂੰ ਭੇਜਿਆ ਹਾਥੀ ਨੂੰ ਮਾਰਨ ਲਈ, ਇਸੇ ਤਰ੍ਹਾਂ ਮਹਾਰਾਜ ਕਿਰਪਾ ਕਰੋ ਖਾਲਸੇ ਤੇ, ਰਾਜੇ ਕੇਸਰੀ ਚੰਦ ਜਸਵਾਲੀਏ ਨੂੰ ਮਾਰਨ ਲਈ ਵੀ ਫੌਜ ਭੇਜੋ, ਸਿੰਘ ਭੇਜੋ। ਅਪਰਕਾਰ ਲੜ ਮਾਰਨ ਕੇਰੀ, ਬਾਕੀ ਜਿਹੜੀ ਲੜ ਕੇ ਮਾਰਨ ਦੀ ਕਾਰ ਹੈ, ਸੋ ਨਾ ਕਰੇ ਰਣ ਮਾਈ। ਮਹਾਰਾਜ ਜੇ ਕੇਸਰੀ ਚੰਦ ਮਾਰਿਆ ਗਿਆ ਤੇ ਫਿਰ ਕਿਸੇ ਦੂਜੇ ਦਾ ਹੌਸਲਾ ਨਹੀਂ ਪੈਣਾ ਲੜਨ ਦਾ। ਫਤੇ ਕੇਸਰੀ ਕੋ ਕਰ ਉਦਮ, ਅੱਜ ਉਦਮ ਕਰਕੇ ਇਸ ਕੇਸਰੀ ਨੂੰ ਮਾਰ ਮੁਕਾਈਏ। ਰਿਪ ਨਿਰਬਲ ਹੋਏ ਜਾਏ, ਸਾਰਾ ਦੁਸ਼ਮਣ ਨਿਰਬਲ ਕਮਜ਼ੋਰ ਹੋ ਜਾਏਗਾ। ਸ਼੍ਰੀ ਕਲਗੀਧਰ ਸੁਨਤ ਬਖਾਨੀ, ਸੁਣ ਕੇ ਕਲਗੀਧਰ ਪਾਤਸ਼ਾਹ ਜੀ ਬੋਲੇ, ਨੀਕੀ ਬਾਤ ਬਤਾਈ। ਖੂਬ ਭਾਈ ਆਲਮ ਸਿੰਘ ਖੂਬ ਕਿਹਾ, ਬੜੀ ਚੰਗੀ ਬਾਤ ਕਹੀ ਆ ਤੁਸੀਂ ਪਤੇ ਦੀ। ਜਿਮ ਬਚਿੱਤਰ ਸਿੰਘ ਗਜ ਪਰ ਗਮਨਿਓ, ਜਿਵੇਂ ਭਾਈ ਬਚਿੱਤਰ ਸਿੰਘ ਹਾਥੀ ਤੇ ਚੜ ਕੇ ਗਿਆ, ਤਿਮ ਕੋ ਇਸ ਪਰ ਜਾਈ। ਇਸੇ ਤਰ੍ਹਾਂ ਹੈ ਕੋਈ ਸਿੰਘ ਤੁਹਾਡੇ ਚੋਂ ਜਿਹੜਾ ਕੇਸਰੀ ਚੰਦ ਦਾ ਸਿਰ ਵੱਢ ਕੇ ਨੇਜੇ ਤੇ ਟੰਗ ਕੇ ਲਿਆਵੇ ਸਾਡੇ ਕੋਲ? ਸਿਰ ਨਿਕੰਦ ਕਰ ਹਮ ਟਿਗਿਆ ਨੇ, ਉਹਦਾ ਸਿਰ ਵੱਢ ਕੇ ਨੇਜੇ ਤੇ ਟੰਗ ਕੇ, ਆ ਦੂਜਾ ਨੇਜਾ ਸਾਡੇ ਕੋਲ ਪਿਆ ਲੈ ਜਾਓ, ਇਸ ਨੇਜੇ ਦੇ ਉੱਤੇ ਟੰਗ ਕੇ ਉਹਦਾ ਸਿਰ ਸਾਡੇ ਕੋਲ ਲੈ ਕੇ ਆਵੇ। ਕੋਈ ਹੈ ਤੁਹਾਡੇ ਚੋਂ ਸੂਰਮਾ ਸਿਰਲੱਥ ਯੋਧਾ, ਦੱਸੋ ਕਿਹੜਾ ਬਹਾਦਰ ਹੈ? ਨਿਰਪੈ ਖੜਗ ਕੇ ਸਾਥਾ, ਔਰ ਨਿਰਪੈ ਹੋ ਕੇ ਪਹਿਲਾਂ ਤਲਵਾਰ ਨਾਲ ਉਹਦਾ ਸਿਰ ਵੱਢ ਦੇਵੇ, ਫਿਰ ਇਸ ਨੇਜੇ 'ਚ ਪਰੋ ਕੇ ਲੈ ਆਵੇ।
ਧਰ ਵਿਸ਼ਵਾਸ ਮੈਤ ਉਤਸਾਹ ਹੈ ਕਿਸੇ ਵਿੱਚ ਉਤਸ਼ਾਹ ਇੰਨਾ ਹੈ, ਕਿਸੇ ਵਿੱਚ ਵਿਸ਼ਵਾਸ ਕਿ 1,57,000 ਫੌਜ ਦਾ ਜਰਨੈਲ ਅੱਗੇ ਟੁਰਿਆ ਆਉਂਦਾ। ਕਿਹੜਾ ਸੂਰਮਾ ਤੁਹਾਡੇ ਚੋਂ ਜਿਹੜਾ ਉਹਦਾ ਸਿਰ ਵੱਢ ਕੇ ਪਰੋ ਕੇ ਨੇਜੇ 'ਚ ਸਾਡੇ ਕੋਲ ਲਿਆਵੇ? ਕੋਟੇ ਕੇ ਪਗ ਮਾਥਾ, ਕਿਹੜਾ ਆ ਕੇ ਸਾਡੇ ਚਰਨਾਂ 'ਚ ਵਾਪਸ ਮੱਥਾ ਟੇਕੇਗਾ ਉਹਦਾ ਸਿਰ ਵੱਢ ਕੇ ਲਿਆ ਕੇ? ਤੀਨ ਬਚਨ ਸੁਨ ਉਦੇ ਸਿੰਘ। ਮਹਾਰਾਜ ਪਹਿਲੀ ਵਾਰ ਬੋਲੇ, ਕੋਈ ਨਹੀਂ ਬੋਲਿਆ ਅੱਗੋਂ ਸਿੰਘ। ਦੂਜੀ ਵਾਰ ਬੋਲੇ, ਫਿਰ ਕੋਈ ਨਹੀਂ ਬੋਲਿਆ। ਤੀਜੀ ਵਾਰ ਬੋਲੇ ਤੇ ਭਾਈ ਸਾਹਿਬ ਭਾਈ ਉਦੇ ਸਿੰਘ ਜੋ ਭਾਈ ਬਚਿੱਤਰ ਸਿੰਘ ਦੇ ਭਰਾ ਸਨ ਉਹ ਬੋਲੇ। ਸਭ ਬੋਲੇ ਉਹ ਜੋਰਤ ਹਾਥਾ। ਭਾਈ ਉਦੇ ਸਿੰਘ ਨੇ ਆਪਣੇ ਦੋਵੇਂ ਹੱਥ ਜੋੜੇ, ਬਹਾਦਰ ਯੋਧੇ ਨੇ ਮਹਾਰਾਜ ਜੀ ਨੂੰ ਕਹਿਣ ਲੱਗੇ, ਕਰੋ ਦਾਸ ਕੋ ਆਇਸ ਸ਼੍ਰੀ ਪ੍ਰਭ। ਹੇ ਸ਼੍ਰੀ ਪ੍ਰਭੂ, ਹੇ ਸ਼੍ਰੀ ਪ੍ਰਭੂ ਗੁਰਦੇਵ, ਮੇਰੇ ਤੇ ਆਗਿਆ ਕਰੋ, ਮੈਂ ਤੁਹਾਡਾ ਦਾਸ ਹਾਂ। ਮੈਂ ਲੜ ਹੋਂ ਰਿਪ ਸਾਥਾ। ਮੈਂ ਜਾ ਕੇ ਜੰਗ ਦੇ ਮੈਦਾਨ 'ਚ ਇਸ ਦੁਸ਼ਮਣ ਨਾਲ ਲੜਾਂਗਾ। ਜੰਗ ਖੇਤ ਮੈਂ ਹਤਨ ਕਹਾਂ ਏ। ਮੈਦਾਨੇ ਜੰਗ ਦੇ ਵਿੱਚ ਇਸ ਨੂੰ ਮਾਰਨਾ ਕੀ ਹੈ? ਜੇ ਅਵਲੋਕ ਪਲਾਵੇਂ। ਇਹ ਤਾਂ ਮਹਾਰਾਜ ਵੇਖ ਕੇ ਨੱਠ ਜਾਵੇ, ਭੱਜ ਜਾਵੇ। ਦੁਰਗ ਸੈਲ ਮੈਂ ਜਾਏ ਪ੍ਰਵੇਸ਼। ਮਹਾਰਾਜ ਇਹ ਪਹਾੜੀ ਕਿਲਿਆਂ ਵਿੱਚ ਜਾ ਪ੍ਰਵੇਸ਼ ਕਰਨਗੇ, ਤਹਾਂ ਨ ਪ੍ਰਾਨ ਬਚਾਵੇਂ। ਮਹਾਰਾਜ ਤੁਹਾਡੀ ਕਿਰਪਾ ਚਾਹੀਦੀ ਹੈ। ਤੇ ਜੇ ਇੱਥੋਂ ਕੇਸਰੀ ਚੰਦ ਭੱਜ ਵੀ ਗਿਆ, ਮੇਰੇ ਹੱਥ ਨਾ ਲੱਗਾ, ਕਿਲੇ 'ਚ ਜਾ ਵੜਿਆ ਆਪਣੇ ਜਿੱਥੇ ਦੀ ਰਿਆਸਤ ਹੈ ਜਸਵਾਲੀਆ, ਤੇ ਮਹਾਰਾਜ ਇਹਦੇ ਕਿਲੇ ਵਿੱਚ ਪਹੁੰਚ ਕੇ ਜਿਹੜੇ ਤਖਤ ਤੇ ਬੈਠਾ ਹੋਵੇਗਾ ਉਸ ਤਖਤ ਤੇ ਬੈਠੇ ਦਾ ਸਿਰ ਵੱਢ ਕੇ ਮਹਾਰਾਜ ਮੈਂ ਨੇਜੇ ਤੇ ਟੰਗ ਕੇ ਤੁਹਾਡੇ ਚਰਨਾਂ 'ਚ ਲਿਆਉਣ ਦੀ ਸਮਰੱਥਾ ਤੁਹਾਡੀ ਕਿਰਪਾ ਨਾਲ ਰੱਖਦਾ ਹਾਂ। ਕਰੋ ਪ੍ਰਹਾਰ ਅਪਰ ਪਰ ਮੈਨੇ। ਮਹਾਰਾਜ ਮੈਂ ਕਿਸੇ ਹੋਰ ਤੇ ਪ੍ਰਹਾਰ ਨਹੀਂ ਕਰਨਾ, ਕੇਵਲ ਕੇਸਰੀ ਚੰਦ ਨੂੰ ਵੱਢਣਾ ਹੈ। ਪਹੁੰਚੋ ਤਿਸ ਕੇ ਪਾਸਾ। ਕਿਰਪਾ ਇਹ ਰੱਖਿਓ, ਦਇਆ ਦ੍ਰਿਸ਼ਟੀ ਇਹ ਰੱਖਿਓ ਕਿ ਮੈਨੂੰ ਰਾਹ 'ਚ ਕੋਈ ਅਟਕ ਨਾ ਪਾਵੇ, ਸਿੱਧਾ ਰਾਜੇ ਕੇਸਰੀ ਚੰਦ ਦੀ ਹਿੱਕ ਵਿੱਚ ਜਾ ਕੇ ਵੱਜਾਂ। ਗੁਰ ਪ੍ਰਤਾਪ ਤੇ ਕਰਾ ਚੋਲ ਸੋ। ਤੁਹਾਡੇ ਪ੍ਰਤਾਪ ਨਾਲ, ਆਪਣੀ ਤਲਵਾਰ ਨਾਲ, ਸਦਾ ਦੀ ਸਾਥਣ ਨਾਲ ਦੇਵੋ ਸੀਸ ਬਿਨਾਸਾ। ਇਹਦਾ ਸਿਰ ਵੱਢ ਕੇ ਇਹਦਾ ਧੜ ਤੋਂ ਵੱਖਰਾ ਕਰ ਦਿਆਂ। ਜੈ ਕੈ ਅਰੇ ਲਰੇ ਇਹ ਮੂਰਖ। ਇਹ ਮੂਰਖ ਬੜੀਆਂ ਥਾਵਾਂ ਤੇ ਲੜਿਆ, ਬੜੀਆਂ ਥਾਵਾਂ ਤੇ ਆਪਣਾ ਸਿਰ ਡਾਉਂਦਾ, ਬਹਾਦਰੀ ਵਿਖਾਉਂਦਾ। ਰਣ ਕੀ ਬਾਯੂ ਨ ਲਾਗੀ। ਅਸਲ ਵਿੱਚ ਮਹਾਰਾਜ ਇਹਨੂੰ, ਅਸਲ 'ਚ ਜਿਹੜਾ ਜੰਗ ਹੁੰਦਾ ਉਹਦੀ ਹਵਾ ਲੱਗੀ ਨਹੀਂ ਇਹਨੂੰ। ਉਹਦਾ ਕਾਇਰਾਂ ਗੀਦੀਆਂ ਨਾਲ ਕਈ ਥਾਵਾਂ ਤੇ ਭਿੜ ਹਟਿਆ, ਗੀਦੀਆਂ ਬੁਗਦਲਾਂ ਨਾਲ ਕਈ ਥਾਵਾਂ ਤੇ ਲੜ ਹਟਿਆ, ਤੇ ਮਹਾਰਾਜ ਥਾਂ ਤੇ ਸਿਰ ਢਾ ਲੈਂਦਾ। ਇਹਨੂੰ ਹਾਲੇ ਤੱਕ ਜੰਗ ਦੀ ਹਵਾ ਲੱਗੀ ਨਹੀਂ। ਕਿਰਪਾ ਕਰੋ ਮਹਾਰਾਜ, ਅੱਜ ਇਹਨੂੰ ਇੱਕ ਜੰਗ ਦੇ ਮੈਦਾਨ ਦੀ ਝਲਕ ਵਿਖਾ ਦਿਆਂ। ਆਜ ਲਏ ਫਲ ਸਗਰੇ ਦਿਨ ਕੋ। ਅੱਜ ਸਾਰੇ ਦਿਨ ਦਾ ਫਲ ਇਹਨੂੰ ਪ੍ਰਾਪਤ ਹੋ ਜਾਏਗਾ। ਬੇਮੁਖ ਕੂੜ ਕੋ ਭਾਗੀ। ਇਹ ਬੇਮੁਖ ਕੂੜਾ ਕੁਭਾਗਾ, ਮਾੜੇ ਭਾਗਾਂ ਵਾਲਾ ਹੈ। ਸੁਨ ਪ੍ਰਸੰਨ ਕਲਗੀਧਰ ਹੋਏ। ਕਲਗੀਧਰ ਸੁਣ ਕੇ ਪ੍ਰਸੰਨ ਹੋਏ ਕਿ ਸਿੰਘਾਂ 'ਚ ਉਤਸ਼ਾਹ ਹੈ। ਇੰਨੀ ਸੂਰਬੀਰਤਾ ਕਿ ਮਨ 'ਚ ਰੰਚਕ ਮਾਤਰ ਵੀ ਭੈ ਨਹੀਂ ਕਿ ਕੇਸਰੀ ਚੰਦ ਨਾਲ 1,57,000 ਬੰਦਾ ਹੈ, ਉਹਨੂੰ ਮਾਰ ਕੇ ਲਿਆਉਣਾ, ਸਿਰ ਵੱਢ ਕੇ ਲੈ ਕੇ ਆਉਣਾ। ਮਹਾਰਾਜ ਜੀ ਇਹ ਬਹਾਦਰੀ ਭਰ ਰਹੇ ਨੇ ਸਿੰਘਾਂ 'ਚ ਆਪ ਆਪਣੇ ਹੱਥੀਂ, ਕਿਉਂਕਿ ਆਉਣ ਵਾਲੇ ਸਮੇਂ ਵਿੱਚ ਮੱਥੇ ਰੰਗੜ ਦਾ ਸਿਰ ਵੱਢ ਕੇ ਲਿਜਾਉਣ ਵਾਲਿਆਂ ਨੇ ਇਹਨਾਂ ਦੇ ਹੀ ਵਾਰਸ ਬਣਨਾ ਹੈ। ਸੁੱਖਾ ਸਿੰਘ, ਮਤਾਬ ਸਿੰਘ ਉਹਨਾਂ ਨੇ। ਹਾਂਜੀ, ਬਲੀ ਤੁਰੰਗ ਤਬੇਲੇ। ਕਹਿੰਦੇ ਇੱਕ ਬੜਾ ਬਲੀ ਘੋੜਾ ਸੀ ਮਹਾਰਾਜ ਜੀ ਦਾ, ਆਪਣਾ ਘੋੜਾ ਕਲਗੀਧਰ ਸੁਆਮੀ ਦਾ। ਉਹ ਘੋੜਾ ਮਹਾਰਾਜ ਜੀ ਨੇ ਮੰਗਵਾਇਆ। ਜ਼ੀਨ ਪਵਾਏ ਆਇਆ ਨਿਉ ਤੂਰਨ। ਕਾਠੀ ਪਾ ਕੇ ਸੇਵਾਦਾਰ ਨੇ ਉਹ ਘੋੜਾ ਲਿਆਂਦਾ। ਕਯੋ ਉਦੇ ਸਿੰਘ ਲੈ ਲੈ। ਆਖਿਆ ਉਦੇ ਸਿੰਘ ਆ ਘੋੜੇ ਤੇ ਸਵਾਰ ਹੋ, ਹਵਾ ਨਾਲੋਂ ਵੀ ਤੇਜ਼ੀ ਨਾਲ ਦੌੜੇਗਾ। ਦੀਰਗ ਖੜਗ ਕੋਸ਼ ਤੇ ਦੀਨਸ। ਮਹਾਰਾਜ ਜੀ ਨੇ ਇੱਕ ਤਿੱਖੀ ਤਲਵਾਰ ਆਪਣੇ ਖਜ਼ਾਨੇ ਚੋਂ ਦਿੱਤੀ। ਖਰੋ ਪੁਲਾਦ ਕਰਾਰਾ। ਜਿਹਦਾ ਫੁਲਾਦੀ ਲੋਹਾ ਸੀ, ਬੜਾ ਕਰਾਰਾ ਲੋਹਾ ਸੀ। ਬਲ ਤੇ ਹਤੇ ਲੋਹ ਕੋ ਕਾਟੇ। ਬਲ ਦੇ ਨਾਲ ਜੇ ਮਾਰਿਆ ਜਾਵੇ ਉਸ ਤਲਵਾਰ ਨਾਲ, ਲੋਹੇ ਨੂੰ ਵੀ ਕੱਟ ਦੇਵੇ। ਮਾਨੁਖ ਕਹਾਂ ਵਿਚਾਰਾ। ਇਹਦੇ ਬੰਦਾ ਵਿਚਾਰਾ ਕੀ ਆ ਕੱਟਣਾ। ਬਰਛਾ ਦੁਤੀ ਰਿਓ ਸੋ ਬਖਸ਼ਿਓ। ਜਿਹੜਾ ਦੂਜਾ ਬਰਛਾ ਸੀ ਨਾ 17,000 ਦੇ ਦੋ, ਇੱਕ ਬਚਿੱਤਰ ਸਿੰਘ ਨੂੰ ਨਾਗਣੀ ਬਰਛਾ ਦਿੱਤਾ, ਜਿਹੜਾ ਦੂਜਾ ਕਰਪਾ ਬਰਛਾ ਸੀ
ਉਹ ਮਹਾਰਾਜ ਗਰੀਬ ਨਵਾਜ ਜੀ ਨੇ ਕਿਰਪਾ ਦ੍ਰਿਸ਼ਟ ਸੋਹੇਰਾ ਉਹ ਭਾਈ ਉਹਦੇ ਸਿੰਘ ਨੂੰ ਦੇ ਕੇ ਬਖਸ਼ਿਸ਼ ਕੀਤੀ। ਬਲ ਉਤਸ਼ਾਹ ਵਿਸਾਲ ਵਧਿਓ ਤਨ ਭਾਈ ਸਾਹਿਬ ਭਾਈ ਉਹਦੇ ਸਿੰਘ ਦੇ ਅੰਦਰ ਭਾਰੀ ਬਲ ਵਿਸ਼ਾਲ ਤੇ ਉਤਸ਼ਾਹ ਵੱਧ ਗਿਆ। ਗੁਰੂ ਪ੍ਰਤਾਪ ਕਨੇਰਾ ਸਤਿਗੁਰਾਂ ਦਾ ਵੱਡਾ ਪ੍ਰਤਾਪ ਨਾਲ ਵਰਤ ਗਿਆ। ਕਟ ਸੋ ਬੰਦ ਖੜਗ ਵੱਡ ਢਾਲਾ ਢਾਲ ਤੇ ਤਲਵਾਰ ਆਪਣੇ ਕਮਰ ਕੱਸੇ 'ਚ ਬੰਨ ਲਈ ਭਾਈ ਉਹਦੇ ਸਿੰਘ ਨੇ। ਤੋਮਰ ਹੱਥ ਮਜਾਰਾ ਹੱਥ ਵਿੱਚੋਂ ਬਰਛਾ ਪਕੜ ਲਿਆ। ਬੰਕ ਮੁਛੈਰੇ ਕਰ ਤਬ ਗਮਨਿਓ ਆਹ ਮੁਛੈਰਿਆਂ ਨੂੰ ਚਾੜ ਕੇ ਬੰਕ ਕਹੀਏ ਟੇਢੇ ਕਰਕੇ ਮੁਛੈਰਿਆਂ ਨੂੰ ਚਾੜ ਕੇ ਚੱਲ ਪਏ ਭਾਈ ਉਹਦੇ ਸਿੰਘ ਮੱਥਾ ਟੇਕ ਕੇ। ਪਾ ਅਸਵਾਰ ਕੀ ਕਾਨਾ ਮਹਾਰਾਜ ਜੀ ਦੇ ਬਖਸ਼ੇ ਘੋੜੇ ਤੇ ਸਵਾਰ ਹੋ ਗਏ। ਗਿਰ ਈਸ਼ਨ ਕੀ ਚਮੂ ਕਨੀਲਾ ਸਾਹਮਣੇ ਪਹਾੜੀ ਰਾਜਿਆਂ ਦੀ ਵੱਡੀ ਭਾਰੀ ਫੌਜ ਵੇਖੀ ਐ। ਸਿੰਘ ਸਮੂਹ ਉਠਾਏ ਜਿੰਨੇ ਸਿੰਘ ਸਨ ਸਾਹਮਣੇ ਮੋਰਚਿਆਂ ਦੇ ਵਿੱਚ ਉੱਠੇ। ਤੁਪਕ ਤਮਾਂਚੇ ਚਾਂਪ ਤੀਰ ਉਹਨਾਂ ਬੰਦੂਕਾਂ ਦੀਆਂ ਗੋਲੀਆਂ ਤੇ ਤੀਰ ਮਾਰੇ। ਗੈ ਗੈ ਸ਼ਸਤਰ ਸਿਧਾਏ ਸ਼ਸਤਰ ਪਕੜ ਕੇ ਨਾਲ ਚੱਲੇ ਨੇ ਵੈਰੀਆਂ ਨੂੰ ਸੋਧਾ ਲਾਉਣ ਲਈ। ਆਜ ਪੇੜ ਓੜਕ ਕੋ ਪਰੇ ਬਸ ਅੱਜ ਅੰਤ ਦਾ ਜੰਗ ਹੋਣਾ। ਇਸ ਜੰਗ ਦਾ ਅੰਤ ਅੱਜ ਹੀ ਹੋਵੇਗਾ। ਗੁਰ ਪ੍ਰਤਾਪ ਤੇ ਮਾਰੇ ਸਤਿਗੁਰਾਂ ਦੇ ਪ੍ਰਤਾਪ ਨਾਲ ਇਹਨਾਂ ਸਾਰੇ ਪਹਾੜੀਆਂ ਨੂੰ ਮਾਰ ਮੁਕਾਵਾਂਗੇ। ਇੰਨਾ ਉਤਸ਼ਾਹ ਹੈ ਸਿੰਘਾਂ ਦੇ ਵਿੱਚ ਲੜਨ ਦਾ। ਕਹਾਂ ਪਇਓ ਜੋ ਅਨੀਕਨੀ ਤਿਨ ਕੀ ਹੋਇਆ ਜੇ ਬਹੁਤੀ ਫੌਜ ਆ ਗਈ। ਵੇਖੋ ਸੂਰਮਿਆਂ ਦਾ ਉਤਸ਼ਾਹ। ਸਿੰਘ ਕਹਿੰਦੇ ਕੀ ਹੋਇਆ ਜੇ ਇੰਨੀ ਵੱਡੀ ਫੌਜ ਆ ਗਈ। ਭੇਡਾਂ ਦੇ ਜੜ ਹੁੰਦੇ ਆ, ਸ਼ੇਰ ਥੋੜੀ ਗਿਣਤੀ 'ਚ ਹੀ ਹੁੰਦੇ ਆ। ਹਜ਼ਾਰਾਂ ਭੇਡਾਂ ਦੇ ਵੱਗ ਉੱਤੇ ਇੱਕੋ ਸ਼ੇਰ ਕਾਬੂ ਪਾ ਸਕਦਾ ਹੈ। ਲੜ ਕਰ ਮੂਰਖ ਹਾਰੇ ਇਹਨਾਂ ਸਾਰਿਆਂ ਮੂਰਖਾਂ ਨੂੰ ਜੰਗ ਦੇ ਮੈਦਾਨ ਵਿੱਚ ਲੜ ਕੇ ਹਾਰਨਾ ਪਵੇਗਾ। ਅੱਜ ਇਹਨਾਂ ਨੂੰ ਹਾਰ ਦਾ ਮੂੰਹ ਵੇਖਣਾ ਪਵੇਗਾ। ਕੇਸਰੀ ਚੰਦ ਆਇਆ ਹੈ ਚੜ ਕੇ, ਪਰ ਅੱਜ ਜਿਉਂਦਾ ਵਾਪਸ ਨਹੀਂ ਜਾਵੇਗਾ। ਇਸ ਤਰ੍ਹਾਂ ਸਿੰਘਾਂ ਅੰਦਰ ਭਾਰੀ ਉਤਸ਼ਾਹ ਬਣ ਰਿਹਾ ਹੈ। ਦੋਹਰਾ ਦੋਨੋਂ ਦੀਰਗ ਸੂਰ ਮੇਂ ਅਪਰ ਸਿੰਘ ਸਮੁਦਾਏ। ਦੋਵੇਂ ਸੂਰਮੇ ਸਿੰਘ ਮਹਾਰਾਜ ਜੀ ਦੇ ਭਾਈ ਉਹਦੇ ਸਿੰਘ ਤੇ ਭਾਈ ਬਚਿੱਤਰ ਸਿੰਘ ਹੋਰ ਕੁਝ 94 ਸਿੰਘ ਮਹਾਰਾਜ ਜੀ ਦੇ ਇਹਨਾਂ ਦੇ ਨਾਲ ਚਲੇ ਲਰਨ ਕੇ ਹੇਤ ਕੋ ਜੈ ਰਣ ਖੇਤ ਬਣਾਏ। ਜਿੱਥੇ ਰਣ ਭੂਮੀ ਨੂੰ ਰੱਖਿਆ ਗਿਆ ਉੱਥੇ ਜੰਗ ਦੇ ਮੈਦਾਨ 'ਚ ਲੜਨ ਵਾਸਤੇ ਪਹੁੰਚੇ ਨੇ ਸੂਰਮੇ। ਜਿਵੇਂ ਭਾਈ ਬਚਿੱਤਰ ਸਿੰਘ ਭਾਈ ਉਹਦੇ ਸਿੰਘ ਜੀ ਮਹਾਰਾਜ ਜੀ ਦੀ ਕਿਰਪਾ ਨਾਲ ਲਾਈ ਹੋਈ ਸੇਵਾ ਨੂੰ ਨਿਭਾ ਰਹੇ ਨੇ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ। ਗਰੀਬ ਨਵਾਜ ਪਾਤਸ਼ਾਹ ਦਾ ਪਵਿੱਤਰ ਪਾਵਨ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ।